ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੇ, ਗੁਰੂ ਸਵਾਰੀ ਸਾਧ ਸੰਗਤ ਜੀ। ਦੋ ਜਹਾਨ ਦੇ ਵਾਲੀ, ਲੋਕ ਪਰਲੋਕ ਦੇ ਰਾਖੇ, ਗੁਰਤਾ ਗੱਦੀ ਤੇ ਸ਼ੁਭਾਏਮਾਨ, ਬਾਣੀ ਗੁਰੂ ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਹੋ ਰਹੀ ਹੈ। ਸਤਿਗੁਰੂ ਜੀ ਮਿਹਰ ਦਾ ਸਦਕਾ ਬਖਸ਼ਿਸ਼ ਕਰ ਰਹੇ ਹਨ। ਖੁੱਲ੍ਹੇ ਦਰਸ਼ਨ ਦੀਦਾਰੇ ਅੰਮ੍ਰਿਤ ਵੇਲੇ ਤੋਂ ਹੁਣ ਤੱਕ ਸਤਿਗੁਰਾਂ ਨੇ ਪਾਵਨ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਸੰਗਤਾਂ ਨੂੰ ਬਖਸ਼ੇ ਹਨ। ਸੰਧਿਆ ਦੇ ਸਮੇਂ ਸਜੇ ਹੋਏ ਦੀਵਾਨ ਦੇ ਵਿੱਚ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਸੱਚ ਕੀ ਬਾਣੀ ਦਾ ਮਨੋਹਰ ਕੀਰਤਨ ਗੁਰੂ ਕੇ ਰਾਗੀ ਸਿੰਘਾਂ ਨੇ ਸੰਗਤਾਂ ਨੂੰ ਸਰਵਣ ਕਰਵਾਇਆ ਹੈ। ਉਪਰੰਤ ਗ੍ਰੰਥੀ ਸਿੰਘਾਂ ਦੇ ਪਾਸੋਂ ਰਹਿਰਾਸ ਸਾਹਿਬ ਦੇ ਪਾਠ ਅਤੇ ਹੁਣ ਸਤਿਗੁਰਾਂ ਦੇ ਦਰ ਘਰ ਵਿਖੇ ਚੱਲ ਰਹੀ ਇਤਿਹਾਸ ਦੀ ਲੜੀਵਾਰ ਕਥਾ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲ ਰਿਹਾ ਹੈ। ਆਪਾਂ ਸਰਵਣ ਕਰ ਰਹੇ ਸੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 6ਵੀਂ ਰੁੱਤ ਵਿੱਚ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ, ਜਿਸ ਵਿੱਚ ਪ੍ਰਸੰਗ ਚੱਲ ਰਿਹਾ ਸੀ ਕਿ 1.25 ਲੱਖ ਫੌਜ ਸੈਦ ਖਾਨ ਦੀ ਅਗਵਾਈ ਦੇ ਵਿੱਚ ਦਿੱਲੀ ਤੋਂ ਚੜ੍ਹ ਕੇ ਆਈ ਹੈ। ਇੱਧਰ ਪਹਾੜੀ ਰਾਜੇ ਅਤੇ ਉਹਨਾਂ ਦੀ ਫੌਜ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਉੱਤੇ ਹਮਲਾ ਕੀਤਾ। ਅੱਗੋਂ ਗਿਣਤੀ ਦੇ 500 ਸਿੱਖਾਂ ਨੇ ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਵਿਖੇ ਰਹਿੰਦੇ ਪਠਾਨ ਮੇਮੂ ਖਾਨ ਅਤੇ ਸੈਦਾ ਬੇਗ ਨੇ ਇਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਹੈ। ਸੈਦਾ ਬੇਗ ਚੜ੍ਹਾਈ ਕਰ ਗਿਆ। ਸੈਦ ਖਾਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਆ ਗਿਆ, ਜਿਹੜਾ ਦਿੱਲੀ ਤੋਂ ਚੜ੍ਹ ਕੇ ਆਇਆ ਸੀ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਆ ਕੇ ਫਕੀਰ ਹੋ ਕੇ ਜੰਗਲਾਂ ਨੂੰ ਚਲਿਆ ਗਿਆ। ਇਹਦੀ ਜਗ੍ਹਾ ਦੇ ਉੱਤੇ ਰਮਜ਼ਾਨ ਖਾਨ ਨੇ ਸੈਨਾ ਦੀ ਕਮਾਂਡ ਸੰਭਾਲ ਲਈ। ਸੋ ਇਹ ਰਮਜ਼ਾਨ ਖਾਨ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਤੀਰਾਂ ਦੇ ਨਾਲ ਕਈ ਵਾਰ ਕੀਤੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕੋਈ ਤੀਰ ਇਹਦਾ ਚਲਾਇਆ ਹੋਇਆ ਛੂਹ ਵੀ ਨਾ ਸਕਿਆ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੱਥੇ ਦੇ ਵਿੱਚੋਂ ਇੱਕੋ ਤੀਰ ਕੱਢਿਆ, ਕੰਨ ਤੱਕ ਤੰਦੀ ਤਾਣ ਕੇ ਧਨੁੱਖ ਦੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੜੇ ਵੇਗ ਦੇ ਨਾਲ ਇਹ ਤੀਰ ਚਲਾਇਆ ਤੇ ਜਾ ਕੇ ਇਹ ਰਮਜ਼ਾਨ ਖਾਨ ਦੇ ਲੱਗਿਆ, ਘੋੜੇ ਤੋਂ ਥੱਲੇ ਡਿੱਗ ਪਿਆ। ਸੋ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਨੇ ਇੱਕ ਤੀਰ ਬਖਸ਼ ਕੇ ਇਹ ਰਮਜ਼ਾਨ ਖਾਨ ਦਾ ਉਧਾਰ ਕਰ ਦਿੱਤਾ, ਅੰਤ ਕਰ ਦਿੱਤਾ। ਜਿਹੜੀ ਫੌਜ ਸੀ ਉਹ ਬੜੀ ਗੁੱਸੇ ਵਿੱਚ ਆ ਗਈ। ਸੋ ਉਹਨਾਂ ਨੇ ਇੱਕਦਮ ਸਿੰਘਾਂ ਦੇ ਉੱਤੇ ਹੱਲਾ ਬੋਲਿਆ। ਸਿੰਘ ਲੜਦੇ ਤਾਂ ਰਹੇ ਬਹਾਦਰੀ ਨਾਲ, ਪਰ ਥੋੜ੍ਹਾ ਥੋੜ੍ਹਾ ਪਿਛਾਂਹ ਨੂੰ ਹਟਦੇ ਰਹੇ, ਕਿਉਂਕਿ ਦੁਸ਼ਮਣ ਫੌਜ ਬਹੁਤ ਗਿਣਤੀ ਵਿੱਚ ਸੀ। ਸਿਰਫ 500 ਸਿੰਘਾਂ ਦੀ ਗਿਣਤੀ, ਉਹਦੇ ਵਿੱਚੋਂ ਕਿੰਨੇ ਸ਼ਹੀਦ ਹੋ ਚੁੱਕੇ ਹੈ। ਇੱਧਰ ਵੈਰੀ ਦਲ ਜਿਹੜਾ ਦਿੱਲੀ ਤੋਂ ਚੱਲ ਕੇ ਆਈ ਫੌਜ 1.25 ਲੱਖ ਅਤੇ ਨਾਲ ਜੋ ਪਹਾੜੀ ਰਾਜਿਆਂ ਦੀ ਫੌਜ ਦੀ ਗਿਣਤੀ, ਉਹ ਕਰਕੇ ਦੇਖੀਏ ਤੇ ਕਿੰਨਾ ਜ਼ਿਆਦਾ ਇਕੱਠ, ਕਿੰਨਾ ਜ਼ਿਆਦਾ ਭਾਰਾ ਦਲ ਜਿਹੜਾ ਸਿੰਘਾਂ ਦੇ ਉੱਤੇ ਟੁੱਟ ਕੇ ਪਿਆ ਹੈ। ਸੋ ਸਿੰਘ ਪਿਛਾਂਹ ਹਟਦੇ ਗਏ ਅਨੰਦਪੁਰ ਸਾਹਿਬ ਵੱਲ ਨੂੰ। ਅੰਤ ਨੂੰ ਸਿੰਘਾਂ ਨੂੰ ਭੱਜਣਾ ਪਿਆ ਜਦੋਂ ਵੈਰੀ ਦਲ ਬਹੁਤਾ ਹਾਵੀ ਹੋ ਗਿਆ ਇਹਨਾਂ ਦੇ ਉੱਤੇ। ਤੇ ਇਹਨਾਂ ਤੁਰਕਾਂ ਨੇ ਅਨੰਦਪੁਰ ਸਾਹਿਬ ਦੇ ਉੱਤੇ ਹੱਲਾ ਬੋਲ ਦਿੱਤਾ। ਅਨੰਦਪੁਰ ਸਾਹਿਬ ਦੇ ਵਿੱਚੋਂ ਬਹੁਤ ਸਾਰਾ ਸਾਜੋ ਸਮਾਨ ਔਰ ਮਾਤਾ ਗੁਜਰੀ ਜੀ ਦਾ ਸਾਂਭ ਕੇ ਰੱਖਿਆ ਹੋਇਆ 2 ਲੱਖ ਰੁਪਈਆ ਧਨ ਜਿਹੜਾ ਸੀ ਉਹ ਵੀ ਲੁੱਟ ਕੇ ਲੈ ਗਏ। ਇਹ ਲੁੱਟ ਕੇ ਉਸ ਤੋਂ ਉਪਰੰਤ ਵਾਪਸ ਚੱਲ ਪਏ ਦਿੱਲੀ ਨੂੰ। ਦਿੱਲੀ ਦੇ ਰਸਤੇ ਵਿੱਚ ਸਰਹੰਦ ਜਾ ਕੇ ਇਹਨਾਂ ਨੇ ਟਿਕਾਣਾ ਕੀਤਾ, ਜਿਹੜੀਆਂ ਦਿੱਲੀ ਤੋਂ ਆਈਆਂ ਹੋਈਆਂ ਫੌਜਾਂ ਸਨ। ਇੱਧਰ ਹੌਲੀ ਹੌਲੀ ਗੁਰੂ ਕੇ ਸਿੱਖ ਇਕੱਤਰ ਹੋਏ, ਜਿਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਸੀ। ਕਲਗੀਧਰ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਬੇਨਤੀ ਕਰਨ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਇੱਕ ਐਸਾ ਕੌਤਕ ਵਰਤਾਇਆ ਹੈ। ਪਹਿਲਾਂ ਤਾਂ ਸਾਨੂੰ 500 ਨੂੰ ਇੰਨਾ ਹੌਸਲਾ ਦਿੱਤਾ, ਇੰਨੀ ਸ਼ਕਤੀ ਦਿੱਤੀ, ਦੁਸ਼ਮਣਾਂ ਦੇ ਉੱਤੇ ਹਾਵੀ ਕਰ ਦਿੱਤਾ, ਲੱਖਾਂ ਦੀ ਗਿਣਤੀ ਵਿੱਚ ਫੌਜ ਸੀ, ਅਸੀਂ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ, ਸਾਡੀ ਜਿੱਤ ਹੋ ਗਈ। ਪਰ ਦੂਸਰੇ ਪਲ ਆਪ ਜੀ ਨੇ ਇੱਕ ਐਸੀ ਕਲਾ ਵਰਤਾਈ ਵੀ ਸਿੰਘਾਂ ਦੇ ਪੈਰ ਮੈਦਾਨੇ ਜੰਗ ਵਿੱਚ ਉਖੜ ਗਏ। ਅਸੀਂ ਤਾਂ ਆਪ ਜੀ ਦਾ ਆਸਰਾ ਲੈ ਕੇ ਜੰਗ ਲੜ ਰਹੇ ਸੀ,
ਪਰ ਫਿਰ ਵੀ ਇਹ ਸਭ ਕੁਝ ਕਿਸ ਤਰ੍ਹਾਂ ਹੋ ਗਿਆ? ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕਰਤਾਰ ਦੇ ਭਾਣੇ ਵਿੱਚ ਹੈ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਕਲਾ ਵਰਤਾਉਣੀ ਸੀ ਕੋਈ। ਮਹਾਰਾਜ ਕਹਿੰਦੇ ਜਿਵੇਂ ਭਾਈ ਸਿੱਖੋ ਤੁਸੀਂ ਮੇਰੇ ਆਸਰੇ ਹੋ ਨਾ, ਇਸੇ ਪ੍ਰਕਾਰ ਮੈਂ ਵੀ ਸੁਤੰਤਰ ਨਹੀਂ ਹਾਂ, ਮੈਂ ਵੀ ਕਿਸੇ ਦੇ ਆਸਰੇ। ਮਹਾਰਾਜ ਤੁਸੀਂ ਕਿਹਦੇ ਆਸਰੇ ਹੋ? ਕਹਿੰਦੇ ਮੈਂ ਅਕਾਲ ਪੁਰਖ ਦੇ ਆਸਰੇ ਹਾਂ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਕਰਤਾਰ ਦੀ ਰਜ਼ਾ ਹੀ ਇਹ ਸੀ, ਇਹ ਹੋਣਾ ਹੀ ਸੀ। ਇਸ ਕਰਕੇ ਉਹਦੇ ਕੀਤੇ ਵਿੱਚ ਵਿਘਨ ਪਾਉਣਾ ਮੈਂ ਕੋਈ ਚੰਗਾ ਨਹੀਂ ਸਮਝਿਆ। ਦੂਜਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹ ਵਚਨ ਵੀ ਪੂਰਾ ਕਰਨਾ ਸੀ ਜੋ ਮਾਂ ਗੁਜਰੀ ਜੀ ਨੂੰ ਗੁੱਸੇ ਵਿੱਚ ਆ ਕੇ ਆਖਿਆ ਸੀ, ਜਦੋਂ ਮਾਤਾ ਮਸੰਦਾਂ ਦੀ ਸਿਫਾਰਿਸ਼ ਲੈ ਕੇ ਆਏ ਸਨ ਕਿ ਉਜੜ ਜਾਣੀਏ ਜਿਹੜਾ ਇਹ ਧਨ ਹੈ, ਜੇ ਖਾਲਸੇ ਦੇ ਲੰਗਰਾਂ ਵਾਸਤੇ ਵਰਤਣਾ ਨਹੀਂ ਤਾਂ ਫਿਰ ਇਸ ਧਨ ਦੇ ਨਾਲ ਐਸੋ ਐਸ਼ਵਰਜ ਨਹੀਂ ਕਰ ਸਕੋਗੇ, ਇਹ ਤੁਰਕਾਂ ਦੇ ਹਿੱਸੇ ਆਵੇਗਾ, ਇਹਨੂੰ ਤੁਰਕ ਲੁੱਟ ਕੇ ਲੈ ਜਾਣਗੇ। ਸਤਿਗੁਰਾਂ ਦਾ ਉਹ ਵਚਨ ਫਲੀਭੂਤ ਹੋਣਾ ਸੀ। ਸਤਿਗੁਰਾਂ ਨੇ ਐਸਾ ਕੌਤਕ ਆਪਣੀ ਮੌਜ ਦੇ ਵਿੱਚ ਵਰਤਾਇਆ। ਨਹੀਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਸਤੇ ਵੱਡੇ ਵੱਡੇ ਦਲਾਂ ਦਾ ਮੁਕਾਬਲਾ ਕਰਨਾ ਇਹ ਕਿੰਨੀ ਕੁ ਵੱਡੀ ਗੱਲ ਹੈ। ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਜੀ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ ਦੀ ਸਮਰੱਥਾ ਰੱਖਦੇ ਹੈ, ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਐਸਾ ਕੌਤਕ ਵਰਤਾਇਆ। ਫਿਰ ਸਿੰਘ ਇਕੱਤਰ ਹੋਏ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਗੁੱਸਾ ਬੜਾ ਚੜਿਆ ਹੋਇਆ ਹੈ, ਉਹ ਤੁਰਕਾਂ ਦੀ ਹਿੰਮਤ ਕਿਵੇਂ ਪਈ ਅਨੰਦਪੁਰ ਸਾਹਿਬ ਨੂੰ ਲੁੱਟਣ ਦੀ? ਆਪ ਜੀ ਕਿਰਪਾ ਕਰੋ, ਸਾਨੂੰ ਇੱਕ ਵਾਰ ਥਾਪੜਾ ਬਖਸ਼ੋ, ਇੱਕ ਵਾਰ ਆਗਿਆ ਬਖਸ਼ੋ। ਜੇ ਦਿੱਲੀ ਵੱਲ ਨੂੰ ਜਾਂਦੇ ਹੋਣਗੇ ਨਾ, ਰਸਤੇ ਵਿੱਚ ਘੇਰ ਕੇ ਲੁੱਟਾਂਗੇ ਤੇ ਮਾਰਾਂਗੇ, ਉਹਨਾਂ ਨੂੰ ਬਦਲਾ ਲਵਾਂਗੇ। ਉਹਨਾਂ ਨੇ ਅਨੰਦਪੁਰ ਸਾਹਿਬ ਦੇ ਉੱਤੇ ਹਮਲਾ ਕਰਨ ਦੀ ਜੁਰਤ ਕਿਵੇਂ ਕੀਤੀ? ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਕੋਲ ਗੁਰੂ ਕੇ ਸਿੰਘ ਐਸੇ ਵਚਨ ਕਰਦੇ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਭਾਈ ਸਾਹਿਬ, ਕੁਝ ਪਰਮੇਸ਼ਰ ਦੇ ਭਾਣੇ ਵਿੱਚ ਭੈ ਵਿੱਚ ਹੈ। ਨਾਲ ਹੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਸੁਣਾ ਕੇ ਸੰਗਤਾਂ ਨੂੰ ਉਪਦੇਸ਼ ਦਿੱਤਾ, ਸਮਝਾਉਣ ਦੀ ਖਾਲਸੇ ਨੂੰ ਕੋਸ਼ਿਸ਼ ਵੀ ਕੀਤੀ। ਸਤਿਗੁਰ ਸੱਚੇ ਪਾਤਸ਼ਾਹ ਨੇ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ। ਸਭ ਕੁਝ ਉਹਦੀ ਭੈ ਭਾਵਨੀ ਭਾਣੇ ਦੇ ਵਿੱਚ ਹੈ ਭਾਈ। ਸਗਲਿਆ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ। ਸਾਰਿਆਂ ਦੇ ਸਿਰ ਦੇ ਉੱਤੇ ਜਿਹੜਾ ਇਹ ਲੇਖਾ ਲਿਖਿਆ ਹੋਇਆ ਉਹ ਵਾਹਿਗੁਰੂ ਪਰਮੇਸ਼ਰ ਦੇ ਭੈ ਦਾ ਕੁੰਡਾ ਹੈ, ਸਭ ਉਹਦੇ ਭੈ ਦੇ ਵਿੱਚ ਹਨ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਐਸੇ ਵਚਨ ਕੀਤੇ ਫਿਰ ਵੀ ਖਾਲਸੇ ਦੇ ਮਨ ਦੀ ਬਹੁਤੀ ਤਸੱਲੀ ਨਾ ਹੋਈ। ਖਾਲਸੇ ਦਾ ਪੰਥ ਦਾ ਮਨ ਮੁਰਝਾ ਗਿਆ ਤੇ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ, ਇੱਕ ਵਾਰੀ ਸਾਨੂੰ ਹੁਕਮ ਕਰ ਦਿਓ, ਅਸੀਂ ਤੁਹਾਡਾ ਆਸਰਾ ਲੈ ਕੇ ਫਿਰ ਲੜਨਾ ਚਾਹੁੰਦੇ ਹਾਂ। ਜੇ ਰਸਤੇ ਵਿੱਚ ਕਿਤੇ ਜਾਂਦੇ ਹੋਏ ਤਾਂ ਅਸੀਂ ਉਹਨਾਂ ਨੂੰ ਘੇਰ ਕੇ ਉਹਨਾਂ ਦੇ ਕੀਤੇ ਦੀ ਸਜ਼ਾ ਉਹਨਾਂ ਨੂੰ ਭੁਗਤਾਉਣਾ ਚਾਹੁੰਦੇ ਹਾਂ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਸਿੰਘ ਵਚਨ ਕਰ ਰਹੇ ਹਨ। ਇੱਥੋਂ ਤੱਕ ਬੀਤੇ ਕੱਲ ਆਪਾਂ ਇਤਿਹਾਸਕ ਪ੍ਰਸੰਗ ਸਰਵਣ ਕੀਤਾ ਸੀ। ਆਓ ਅੱਗੇ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਗੁਰੂ ਕੇ ਖਾਲਸੇ ਦਾ ਇਤਿਹਾਸ ਆ ਰਿਹਾ, ਬੜੇ ਪਿਆਰ ਦੇ ਨਾਲ ਜੰਗ ਦਾ ਵਰਣਨ ਅੱਗੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਕਿਮਲਤ ਬਰਸੋ ਕੌਰਬ ਖੰਨ। ਇਉਂ ਜਾਣ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਕੇ ਸਿੱਖ ਫਿਰ ਕਹਿਣ ਲੱਗੇ ਮੁਗਲ ਪਠਾਨ ਦਿੱਲੀ ਲਗਾਨੇ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਮੁਗਲ ਪਠਾਨ ਹੈ ਇਹ ਦਿੱਲੀ ਤੱਕ ਹਾਲੇ ਪਹੁੰਚੇ ਨਹੀਂ ਹੋਣੇ। ਦਿੱਲੀ ਤੱਕ ਪਹੁੰਚਦੇ ਇਹਨਾਂ ਨੂੰ ਅਸੀਂ ਹਾਨੇ ਮਾਰ ਦੇਵਾਂਗੇ, ਨਾਸ਼ ਕਰ ਦੇਵਾਂਗੇ। ਸਤਿਗੁਰ ਸੱਚੇ ਪਾਤਸ਼ਾਹ ਸਿੰਘਾਂ ਤੋਂ ਬਹਾਦਰੀ ਦੇ ਕਿੱਸੇ ਸੁਣਦੇ, ਸਿੰਘਾਂ ਤੋਂ ਬਹਾਦਰੀ ਵਾਲੇ ਵਚਨ, ਵੀਰ ਰਸ ਵਾਲੇ ਵਚਨ ਸੁਣ ਕੇ ਪ੍ਰਸੰਨ ਹੋਏ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅੱਜ ਦੀ ਰਾਤ ਰੁਕ ਜਾਓ। ਉਹ ਜਿਹੜੀਆਂ ਫੌਜਾਂ ਉਹ ਵੀ ਦਿੱਲੀ ਨਹੀਂ ਗਈਆਂ ਹੋਣੀਆਂ, ਰਸਤੇ ਵਿੱਚ ਉਹਨਾਂ ਨੇ ਕਿਤੇ ਨਾ ਕਿਤੇ ਟਿਕਾਣਾ ਕੀਤਾ ਹੋਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਚਨ ਮੰਨ ਕੇ ਇੱਕ ਰਾਤ ਗੁਰੂ ਕੇ ਖਾਲਸੇ ਰੁਕ ਗਏ। ਹਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲੈ ਲਈ। ਸਤਿਗੁਰ ਨੇ ਕਿਹਾ ਅੱਜ ਦੀ ਰਾਤ ਰੁਕ ਲਓ, ਸਵੇਰ ਨੂੰ ਤੁਸੀਂ ਹਮਲਾ ਕਰ ਸਕਦੇ ਹੋ, ਜਾ ਸਕਦੇ ਹੋ। ਤਾਂ ਖਾਲਸੇ ਨੇ ਜਦੋਂ ਅੰਮ੍ਰਿਤ ਵੇਲਾ ਹੋਇਆ, ਸਵੇਰ ਵੇਲਾ ਹੋਇਆ, ਉਸ ਵੇਲੇ ਰਣਜੀਤ ਨਗਾਰਾ ਖੜਕਾ ਦਿੱਤਾ। ਦੁਬਾਰਾ ਤੋਂ ਫਿਰ ਸਾਰਾ ਸਿੰਘਾਂ ਦਾ ਦਲ ਚੜ੍ਹਾਈ ਕਰਕੇ ਚੱਲ ਪਿਆ। ਬਹੁਤ ਸ਼ੀਘਰਤਾ ਕਰਕੇ, ਬਹੁਤ ਜਲਦੀ ਦੇ ਨਾਲ ਜਾ ਕੇ ਸੋ ਸਲੇਮਾਬਾਦ ਵਾਲੀ ਜਗ੍ਹਾ ਦੇ ਉੱਤੇ ਇਹ ਸਿੰਘ ਜਾ ਕੇ ਮੁਗਲੀਆ ਫੌਜਾਂ ਦੇ ਨਾਲ ਇਹਨਾਂ ਦਾ ਫਿਰ ਟਾਕਰਾ ਹੋਇਆ। ਜਿਸ ਰਸਤੇ ਦੇ ਵਿੱਚ ਇਹ ਵੈਰੀਆਂ ਦਾ ਦਲ ਚੱਲਿਆ ਜਾ ਰਿਹਾ ਸੀ ਦਿੱਲੀ ਵੱਲ ਨੂੰ, ਗੁਰੂ ਕੇ ਸਿੱਖਾਂ ਨੇ ਜਾ ਕੇ ਗੁਰੀਲਾ ਹਮਲਾ ਕੀਤਾ। ਜਿਵੇਂ ਧਾੜਵੀ
ਜਿਹੜੇ ਆ ਡਾਕੂ ਲੁਟੇਰੇ ਬਣ ਕੇ ਲੁੱਟਣ ਪੈ ਜਾਂਦੇ ਨਾ, ਇਸ ਤਰ੍ਹਾਂ ਗੁਰੂ ਕੇ ਖਾਲਸੇ ਨੇ ਇੱਕਦਮ ਹੱਲਾ ਬੋਲ ਦਿੱਤਾ। ਮਿਲਿਓ ਸ਼ਤਰੂ ਮਾਰਨ ਕੀ ਸੜੈ। ਫਿਰ ਜਦੋਂ ਇਹਨਾਂ ਨੂੰ ਵੈਰੀ ਮਿਲ ਗਿਆ, ਸਾਰੇ ਸਿੰਘਾਂ ਨੇ ਮਿਲ ਕੇ ਬਹੁਤ ਸਾਰੇ ਸ਼ਤਰੂਆਂ ਨੂੰ, ਦੁਸ਼ਮਣਾਂ ਨੂੰ ਮਾਰ ਮੁਕਾਇਆ। ਰੁੰਡ ਮੁੰਡ ਕਰ ਦੀਨ ਕਲੇਰੀ। ਬਹੁਤ ਸਾਰਿਆਂ ਦੇ ਜਿਹੜੇ ਧੜਾਂ ਦੇ ਉੱਤੋਂ ਸਿਰ ਲਾ ਲਾ ਕੇ ਸਿੱਟ ਦਿੱਤੇ, ਰੁੰਡ ਮੁੰਡ ਕਰ ਦਿੱਤੇ ਉਹਨਾਂ ਦੇ ਸਰੀਰ। ਕਿਉਂਕਿ ਇਹ ਸਿੰਘ ਭਾਵੇਂ ਗਿਣਤੀ ਵਿੱਚ ਥੋੜ੍ਹੇ ਸਨ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਸ਼ਹੀਦੀ ਫੌਜਾਂ ਦਾ ਪਹਿਰਾ ਇਹਨਾਂ ਦੇ ਨਾਲ ਸੀ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਿੱਛੇ ਅੱਖਾਂ ਬੰਦ ਕਰਵਾ ਕੇ ਖਾਲਸੇ ਨੂੰ ਸਾਰਾ ਇਹ ਦ੍ਰਿਸ਼ ਦਿਖਾਇਆ ਸੀ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੁਬਾਰਾ ਕਲਾ ਵਰਤਾ ਦਿੱਤੀ। ਸੋ ਇਹਨਾਂ ਗੁਰੂ ਕੇ ਖਾਲਸਿਆਂ ਨੇ, ਫੌਜਾਂ ਨੇ, ਸ਼ਹੀਦੀ ਫੌਜਾਂ ਨੇ ਦੁਸ਼ਮਣਾਂ ਨੂੰ ਮਾਰ ਕੇ ਰੁੰਡ ਮੁੰਡ ਕਰਕੇ ਸੁੱਟ ਦਿੱਤਾ। ਹਾਂ, ਬਹੁਤ ਨੇੜੇ ਹੀ ਜਾ ਕੇ ਗੁਰੂ ਕੇ ਸਿੱਖਾਂ ਨੇ ਬਦਲਾ ਲੈ ਲਿਆ। ਜਿਹੜਾ ਇਹ ਲੁੱਟ ਕੇ ਲੈ ਕੇ ਆਏ ਸੀ ਨਾ ਆਨੰਦਪੁਰ ਸਾਹਿਬ ਤੋਂ ਗੁਰੂ ਕਾ ਸਿੱਖ, ਇਹਨਾਂ ਦੇ ਉੱਤੇ ਦੁਬਾਰਾ ਜਾ ਭਾਰੂ ਹੋਇਆ, ਸਭ ਕੁਝ ਖੋਲਿਆ ਤੇ ਇਹਨਾਂ ਦਾ ਵੀ ਬਹੁਤ ਸਾਰਾ ਮਾਲ ਅਸਬਾਬ, ਹਥਿਆਰ, ਧਨ ਪਦਾਰਥ ਗੁਰੂ ਕਾ ਸਿੱਖ ਲੁੱਟ ਕੇ ਲੈ ਆਇਆ ਬਹੁਤ ਸਾਰਾ। ਹਾਂ, ਜਦੋਂ ਇਹ ਵਹੀਰ ਨੂੰ ਜਾਂਦੇ ਹੋਏ ਨੂੰ ਗੁਰੂ ਕੇ ਸਿੱਖਾਂ ਨੇ ਲੁੱਟ ਲਿਆ ਤੇ ਬਹੁਤ ਸਾਰਾ ਰੌਲਾ ਰੱਪਾ ਪੈ ਗਿਆ ਤੇ ਇਹ ਜਿਹੜੇ ਦੁਸ਼ਮਣ ਤੁਰਕ ਸਨ ਬੜੇ ਭੈ ਭੀਤ ਹੋਏ ਤੇ ਬੜੇ ਕਾਇਰ ਹੋ ਕੇ ਭੱਜ ਤੁਰੇ। ਬੜੇ ਹੈਰਾਨ ਹੁੰਦੇ ਆ, ਬਿਸਮਾਦ ਹੋ ਗਏ ਵੀ ਕੁਝ ਜਾਣਿਆ ਨਹੀਂ ਜਾਂਦਾ ਵੀ ਆਹ ਕੀ ਹੋ ਗਿਆ। ਕਹਿੰਦੇ ਕਿੱਧਰੋਂ ਆ ਗਏ ਇੰਨੇ, ਐਡਾ ਸਮੁਦਾਇ, ਇੰਨੇ ਯੋਧੇ ਕਿੱਧਰੋਂ ਆ ਗਏ? ਹੁਣੇ ਤਾਂ ਅਸੀਂ ਇਹਨਾਂ ਨੂੰ ਹਰਾ ਕੇ ਆਏ ਆ, ਕੁਝ ਘੰਟੇ ਹੋਏ ਆ ਤੇ ਕੁਝ ਘੰਟੇ ਪਹਿਲਾਂ ਇਹਨਾਂ ਨੂੰ ਅਸੀਂ ਹਰਾਇਆ, ਇਹ ਸਾਡੇ ਤੋਂ ਸ਼ਿਕਸਤ ਖਾ ਗਏ ਸੀ, ਭੱਜ ਗਏ ਸਨ ਡਰ ਕੇ। ਪਰ ਇੱਕਦਮ ਇੰਨੇ ਇਕੱਠੇ ਹੋ ਕੇ ਸਿੰਘ ਕਿੱਧਰੋਂ ਆ ਗਏ? ਸੋ ਇਹ ਜਿਹੜੇ ਸਾਰੇ ਸੀ ਆਪੋ ਆਪਣੇ ਰਸਤੇ ਵਿੱਚ ਜਿੱਧਰ ਨੂੰ ਜਿਹਦਾ ਮੂੰਹ ਹੋਇਆ ਸਾਰੇ ਦੁਸ਼ਮਣ ਭੱਜ ਤੁਰੇ। ਇਸ ਪ੍ਰਕਾਰ ਸਿੰਘਾਂ ਨੇ ਜਾ ਕੇ ਤੁਰਕਾਂ ਨੂੰ ਮਿਲ ਕੇ ਰਸਤੇ ਦੇ ਵਿੱਚ ਘੇਰ ਕੇ ਮਾਰਿਆ। ਬਹੁਤ ਸਾਰਾ ਤਰਾਸ, ਬਹੁਤ ਸਾਰਾ ਭੈ ਰਸਤੇ ਵਿੱਚ ਜਾਂਦਿਆਂ ਨੂੰ ਇਹਨਾਂ ਨੂੰ ਆਇਆ ਤੁਰਕਾਂ ਨੂੰ, ਕਿਉਂਕਿ ਔਚਕ ਹੀ, ਅਚਾਨਕ ਹੀ ਗੁਰੂ ਕੇ ਸਿੰਘ ਇਹਨਾਂ ਦੇ ਉੱਤੇ ਆ ਪਏ ਸਨ। ਬਹੁਤ ਸਾਰੇ ਦੁਸ਼ਮਣਾਂ ਦਾ ਘਾਤ ਕੀਤਾ, ਮਾਰ ਦਿੱਤਾ। ਇਹਨਾਂ ਤੋਂ ਆਪਣੇ ਆਪੇ ਦੀ ਸੰਭਾਲ ਨਹੀਂ ਹੋਈ, ਕਿਉਂਕਿ ਅਚਾਨਕ ਹੱਲਾ ਸਿੰਘਾਂ ਨੇ ਕਰ ਦਿੱਤਾ ਸੀ। ਦੇਖ ਦੇਖ ਕੇ ਬਸ ਭਾਜੀ ਤੁਰੇ ਵੀ ਆਹ ਕੀ ਹੋ ਗਿਆ ਇੱਕਦਮ, ਆ ਕਿੰਨੀ ਕੁ ਫੌਜ ਪਤਾ ਨਹੀਂ ਆ ਪਈ ਹੈ। ਆਪੋ ਆਪਣੀ ਜਾਨ ਬਚਾ ਕੇ ਤੁਰਕ ਭੱਜ ਤੁਰੇ। ਲੱਖਾਂ ਦੀ ਗਿਣਤੀ ਵਿੱਚ ਜਿਹੜਾ ਲਸ਼ਕਰ ਸੀ, ਫੌਜ ਸੀ, ਵਿਚਲ ਗਿਆ ਇਹਨਾਂ ਦਾ ਕੰਮ। ਸਾਰੇ ਖਿੰਡ ਪੁੰਡ ਗਏ, ਭੱਜ ਲਏ। ਪਿੱਛੇ ਜੋ ਇਹਨਾਂ ਦਾ ਸਾਜੋ ਸਮਾਨ, ਹਥਿਆਰ, ਧਨ ਪਦਾਰਥ ਜੋ ਵੀ ਰਹਿ ਗਿਆ ਗੁਰੂ ਕੇ ਖਾਲਸੇ ਨੇ ਲੁੱਟ ਲਿਆ। ਹਾਂ, ਫਤਿਹ ਵੀ ਪ੍ਰਾਪਤ ਕੀਤੀ, ਜਿੱਤ ਵੀ ਪ੍ਰਾਪਤ ਕਰ ਲਈ ਇਸ ਜੰਗ ਦੇ ਵਿੱਚ, ਤੇ ਬਹੁਤ ਸਾਰੀ ਲੁੱਟ ਵੀ ਗੁਰੂ ਕੇ ਖਾਲਸੇ ਨੇ ਮਚਾਈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਦੂਜੇ ਵਚਨ ਕੀਤੇ ਸਨ ਉਹ ਵਚਨ ਵੀ ਫਲੀਭੂਤ ਹੋਏ ਆ ਵੀ ਜੇ ਮਾਤਾ ਜੀ ਤੁਹਾਨੂੰ ਧਨ ਨਹੀਂ ਦਿੰਦੇ ਖਾਲਸਾ ਜੀ ਲੰਗਰ ਚਲਾਉਣ ਵਾਸਤੇ, ਤੇ ਫਿਰ ਇਉਂ ਕਰੋ ਵੀ ਗੁਰੂ ਕੇ ਖਾਲਸੇ ਨੇ ਛਕਣਾ ਛਕਾਉਣਾ ਤਾਂ ਕਿਤੋਂ ਹੈਗਾ ਹੀ ਹੈ ਵੀ ਲੁੱਟ ਖਸੁੱਟ ਕਰਕੇ ਖਾ ਲਿਆ ਕਰੋ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉਹ ਲੁੱਟ ਖਸੁੱਟ ਵਾਲੇ ਜਿਹੜੇ ਵਚਨ ਖਾਲਸੇ ਨੂੰ ਕੀਤੇ ਸਨ, ਉਹਦੇ ਮੁਤਾਬਕ ਗੁਰੂ ਕੇ ਖਾਲਸੇ ਨੇ ਜਿੱਤ ਵੀ ਪ੍ਰਾਪਤ ਕੀਤੀ ਤੇ ਇਹਨਾਂ ਮੁਗਲਾਂ ਨੇ ਜੋ ਆਨੰਦਪੁਰ ਸਾਹਿਬ ਤੋਂ ਧਨ ਪਦਾਰਥ ਲੁੱਟਿਆ ਸੀ ਉਹ ਵੀ, ਤੇ ਇਸ ਤੋਂ ਵਧੇਕ ਇਹਨਾਂ ਦਾ ਬਹੁਤ ਸਾਰਾ ਸਾਜੋ ਸਮਾਨ ਗੁਰੂ ਕੇ ਖਾਲਸੇ ਨੇ ਲੁੱਟ ਲਿਆ। ਪਲਟਾ ਲੈ ਕੇ, ਸੋ ਬਦਲਾ ਲੈ ਕੇ ਗੁਰੂ ਕੇ ਸਿੱਖ ਉਸ ਵੇਲੇ ਬਹੁਤ ਜਲਦੀ ਦੇ ਨਾਲ ਵਾਪਸ ਮੁੜ ਪਏ। ਪੰਥ ਵਿੱਚ ਰਸਤੇ ਵਿੱਚ ਆਪਣੇ ਆਪ ਦਾ ਬਚਾਅ ਕਰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਗਏ। ਆ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਗੁਰਦਰਬਾਰ ਵਿੱਚ, ਤੇ ਕਲਗੀਧਰ ਦਸ਼ਮੇਸ਼ ਪਿਤਾ ਜੀ ਨੂੰ ਆ ਕੇ ਸਾਰੇ ਗੁਰੂ ਕੇ ਖਾਲਸੇ ਪੰਥ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ। ਸਾਰੇ ਦਰਸ਼ਨ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬੜੇ ਮੁਦਤ ਹੋਏ, ਪ੍ਰਸੰਨ ਹੋਏ, ਖੁਸ਼ ਹੋਏ, ਔਰ ਸਾਰਾ ਪ੍ਰਸੰਗ ਦੱਸਿਆ ਖੁਸ਼ੀ ਖੁਸ਼ੀ ਸਹਿਤ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਇਉਂ ਦੁਸ਼ਮਣਾਂ ਨੂੰ ਲੁੱਟਿਆ ਕੁੱਟਿਆ ਮਾਰ ਕੇ ਆਏ ਹਾਂ। ਕਲਗੀਧਰ ਸੱਚੇ ਪਾਤਸ਼ਾਹ ਜੀ ਆਪਣੇ ਸੁਭਾਏਮਾਨ ਪਵਿੱਤਰ ਮੁਖਾਰਬਿੰਦ ਤੋਂ ਉਚਾਰ ਕੇ ਕਹਿਣ ਲੱਗੇ,
ਸਤਿਗੁਰੂ ਜੀ ਕਹਿੰਦੇ ਭਾਈ ਸਿੱਖੋ ਇਹ ਤਾਂ ਸਿੰਘਾਂ ਦਾ ਹੁਣ ਕਾਜ ਹੈ। ਸਿੰਘਾਂ ਦਾ ਕਾਰਜ ਹੀ ਇਹ ਹੈ, ਹਤਨ ਤੁਰਕਾਨਾ, ਤੁਰਕਾਂ ਨੂੰ ਮਾਰਨਾ। ਖਾਲਸਾ ਸੋਏ ਜੋ ਚੜ੍ਹੈ ਤਰੰਗ, ਖਾਲਸਾ ਸੋਏ ਜੋ ਕਰੈ ਨਿਤ ਜੰਗ। ਇਹ ਤਾਂ ਕਹਿੰਦੇ ਹੁਣ ਗੁਰੂ ਕੇ ਖਾਲਸੇ ਦਾ ਨਿਤ ਦਾ ਕਾਰ ਵਿਹਾਰ ਬਣ ਗਿਆ। ਨਿੱਤਾ ਪ੍ਰਤੀ ਤੁਹਾਨੂੰ ਇਸ ਤਰ੍ਹਾਂ ਕਰਨਾ ਹੀ ਪਿਆ ਕਰੂ, ਤੁਰਕਾਂ ਨੂੰ ਮਾਰਨਾ ਹੀ ਪੈਣਾ ਹੈ। ਸਤਿਗੁਰੂ ਜੀ ਕਹਿੰਦੇ ਜਿਵੇਂ ਜਿਵੇਂ ਗੁਰੂ ਕੇ ਖਾਲਸੇ ਪੰਥ ਵਿੱਚ ਵਾਧਾ ਹੋਵੇਗਾ, ਖਾਲਸਾ ਵਧੇਗਾ, ਉਵੇਂ ਉਵੇਂ ਕਹਿੰਦੇ ਗੁਰੂ ਕੇ ਖਾਲਸੇ ਦੇ ਵਾਧੇ ਦੇ ਨਾਲ ਤੁਰਕਾਂ ਦਾ ਨਾਸ਼ ਹੋ ਜਾਏਗਾ। ਤੁਰਕ ਜਿਹੜੇ ਆ ਖਤਮ ਹੁੰਦੇ ਜਾਣਗੇ। ਇਸ ਪ੍ਰਕਾਰ ਜਿਹੜਾ ਉਹਨਾਂ ਨੇ ਅਕਾਰਨ ਵੈਰ ਗੁਰੂ ਕੇ ਖਾਲਸੇ ਨਾਲ ਕੀਤਾ, ਵੈਰ ਕਮਾਇਆ ਹੈ, ਉਹਦਾ ਬਦਲਾ ਗੁਰੂ ਕੇ ਖਾਲਸੇ ਲੈਣਗੇ। ਔਰ ਇੱਥੋਂ ਤੱਕ ਗੁਰੂ ਕੇ ਖਾਲਸੇ ਬਦਲਾ ਲੈਣਗੇ ਵੀ ਮੁਗਲਾਂ ਦਾ, ਤੁਰਕਾਂ ਦਾ ਕੋਈ ਨਗਾਰਬੰਦ, ਕੋਈ ਨਗਾਰਾ ਵਜਾਉਣ ਵਾਲਾ ਵੀ ਨਹੀਂ ਰਹੇਗਾ। ਭਾਵ ਬਿਲਕੁਲ ਹੀ ਤੁਰਕਾਂ ਦਾ, ਮੁਗਲਾਂ ਦਾ ਨਾਸ਼ ਹੋ ਜਾਵੇਗਾ। ਜਿਵੇਂ ਖਾਲਸਾ ਜੀ ਅੱਜ ਇਹ ਕਿਹੜੀ ਇੱਥੇ ਮੁਗਲਾਂ ਦੀ ਹਕੂਮਤ ਹੈ, ਕਿਹੜੀ ਤੁਰਕਾਂ ਦੀ ਹਕੂਮਤ ਹੈ, ਸਤਿਗੁਰ ਦੇ ਬਚਨ ਫਲੀਭੂਤ ਹੋਏ ਹਨ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਖਾਲਸਾ ਜਿਵੇਂ ਜਿਵੇਂ ਅੰਮ੍ਰਿਤ ਛਕੇਗਾ, ਵਧੇਗਾ, ਤਿਆਰ ਬਰ ਤਿਆਰ ਹੋਵੇਗਾ, ਦੁਸ਼ਮਣਾਂ ਦੇ ਨਾਲ ਤਕੜਾ ਹੋ ਕੇ ਲੋਹਾ ਲਵੇਗਾ, ਟੱਕਰ ਲਵੇਗਾ, ਤੁਰਕਾਂ ਦਾ ਨਾਸ਼ ਹੋਵੇਗਾ। ਇਹਨਾਂ ਦਾ ਤਾਂ ਕੋਈ ਨਗਾਰਬੰਦ, ਨਗਾਰਾ ਵਜਾਉਣ ਵਾਲਾ ਵੀ ਨਹੀਂ ਰਹੇਗਾ ਤੁਰਕਾਂ ਦਾ। ਇਉਂ ਬੜੇ ਪ੍ਰਸੰਨ ਹੋ ਕੇ, ਖੁਸ਼ ਹੋ ਕੇ ਖਾਲਸਾ ਜੀ ਦੀ ਬਹਾਦਰੀ ਤੋਂ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਸਿੰਘਾਂ ਨੂੰ ਵਰਦਾਨ ਦਿੱਤਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਖਾਲਸਾ ਜੀ ਬਹੁਤ ਜਲਦੀ ਤੁਹਾਨੂੰ ਰਾਜ ਭਾਗ ਦੀ ਵੀ ਪ੍ਰਾਪਤੀ ਹੋਵੇਗੀ। ਦੁਨੀਆ ਦੇ ਲੋਕ ਰਾਜ ਕਰਦੇ ਆ ਪਰ ਉਹਨਾਂ ਕੋਲੇ ਤੇਜ ਪ੍ਰਤਾਪ ਨਹੀਂ ਹੁੰਦਾ, ਉਹਨਾਂ ਦੇ ਸਾਰੀ ਦੁਨੀਆ ਲੋਹਾ ਨਹੀਂ ਮੰਨਦੀ। ਪਰ ਖਾਲਸੇ ਨੂੰ ਮੈਂ ਆਪਣਾ ਤਪ ਤੇਜ ਦੇ ਕੇ ਬੜੇ ਤੇਜਸਵੀ ਰਾਜੇ ਬਣਾਵਾਂਗਾ। ਰਾਜ ਤੇਜ ਹੋਏ ਪ੍ਰਾਪਤ ਪੀਨੇ, ਕਹਿੰਦੇ ਬਹੁਤ ਜਲਦੀ ਬਹੁਤ ਚੰਗਾ ਰਾਜ ਭਾਗ ਗੁਰੂ ਕੇ ਖਾਲਸੇ ਨੂੰ ਤੇਜ ਪ੍ਰਤਾਪ ਸਹਿਤ ਪ੍ਰਾਪਤ ਹੋਵੇਗਾ। ਇੱਧਰ ਇਹ ਸਾਰਾ ਪ੍ਰਸੰਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਵਰਤਿਆ। ਹਾਂ, ਪਹਿਲਾਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੌਤਕ ਵਰਤਾਉਂਦਿਆਂ ਹੋਇਆ ਲੁਟਾ ਦਿੱਤਾ ਅਨੰਦਪੁਰ ਸਾਹਿਬ ਨੂੰ। ਫਿਰ ਸਿੰਘਾਂ ਉੱਤੇ ਕਿਰਪਾ ਕੀਤੀ ਵੀ ਸਿੰਘ ਮੁੜ ਕੇ ਲੁੱਟ ਕੇ ਲੈ ਆਏ। ਉਧਰ ਕਹਿੰਦੇ ਸੁਣੋ ਵੀ ਤੁਰਕਾਂ ਦਾ ਕੀ ਹਾਲ ਹੈ, ਤੁਰਕਾਂ ਦੀ ਕੀ ਦਸ਼ਾ ਹੋਈ। ਕਹਿੰਦੇ ਬੇਹਾਲ ਹੋ ਕੇ, ਬੜੇ ਵਿਆਕੁਲ ਹੋ ਕੇ ਭੱਜ ਤੁਰੇ। ਉਹ ਬਹੁਤ ਸਾਰੇ ਇਹਨਾਂ ਦੇ ਸੂਰਮੇ ਭੱਟ ਜਿਹੜੇ ਸਨ ਮਾਰ ਦਿੱਤੇ ਸੀ ਖਾਲਸੇ ਨੇ। ਇਹਨਾਂ ਨੇ ਸੁਨੇਹਾ ਭੇਜਿਆ ਨਰੰਗੇ ਦੇ ਕੋਲੇ, ਜਿਹੜਾ ਦਿੱਲੀਪਤੀ ਬਾਦਸ਼ਾਹ ਸੀ ਨਾ ਹਿੰਦੁਸਤਾਨ ਦਾ, ਨਰੰਗਾ ਔਰੰਗਜ਼ੇਬ। ਸੋ ਉਹਦੇ ਕੋਲ ਗੁਰੂ ਕੇ ਖਾਲਸੇ ਨੇ, ਵਾਹਿਗੁਰੂ ਜੋ ਇਹਦੀਆਂ ਫੌਜਾਂ ਸਨ ਨਰੰਗੇ ਦੀਆਂ, ਸੋ ਉਹਨਾਂ ਫੌਜਾਂ ਨੇ ਜਾ ਕੇ ਪੁਕਾਰ ਕੀਤੀ, ਸੁਨੇਹਾ ਭੇਜਿਆ। ਕਹਿਣ ਲੱਗੇ ਕਿ ਗੁਰੂ ਕੇ ਦਲ ਨੇ, ਸਿੰਘਾਂ ਦੇ ਦਲ ਨੇ ਸਾਨੂੰ ਬਹੁਤ ਮਾਰਿਆ ਕੁੱਟਿਆ। ਜਿਹੜੇ ਉਮਰਾਵ ਗਏ ਸਨ ਬੜੇ ਸੂਰਮੇ ਬਹਾਦਰ ਯੋਧੇ ਬਣ ਕੇ ਸੂਬੇਦਾਰ ਹਮਲਾ ਕਰਨ ਲਈ। ਹਾਂ, ਜਿਹੜਾ ਉਮਰਾਓ ਭੇਜਿਆ ਸੀ ਨਾ ਸੈਦ ਖਾਨ, ਕਹਿੰਦੇ ਬਾਦਸ਼ਾਹ ਉਹ ਤਾਂ ਗੁਰੂ ਨੂੰ ਦੇਖਦੇ ਹੀ, ਗੁਰੂ ਦੇ ਦਰਸ਼ਨ ਕਰਦੇ ਹੀ ਫਕੀਰ ਬਣ ਕੇ ਤੁਰ ਗਿਆ। ਹਾਂ, ਜਾਣਿਆ ਨਹੀਂ ਗਿਆ ਵੀ ਉਹ ਕਿੱਧਰ ਨੂੰ ਚਲਿਆ ਗਿਆ ਫਕੀਰ ਬਣ ਕੇ। ਸਾਰੇ ਲਸ਼ਕਰ ਵਿੱਚ, ਸਾਰੀ ਫੌਜ ਦੇ ਵਿੱਚ ਇਹ ਅਸਚਰਜਤਾ ਫੈਲੀ ਸੀ, ਬੜੇ ਹੈਰਾਨ ਹੋਏ ਸਨ ਸਭ। ਫਿਰ ਜਿਹੜਾ ਬੜਾ ਬਹਾਦਰ ਸੂਰਮਾ ਰਮਜ਼ਾਨ ਖਾਨ ਸੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਹਿੰਦੇ ਔਰੰਗਜ਼ੇਬ ਬਾਦਸ਼ਾਹ ਇੱਕੋ ਹੀ ਤੀਰ ਕੱਢਿਆ ਆਪਣੇ ਭੱਥੇ ਵਿੱਚੋਂ, ਉਹ ਰਮਜ਼ਾਨ ਖਾਨ ਨੂੰ ਵੀ ਮਾਰ ਮੁਕਾਇਆ। ਸੋ ਇਸ ਪ੍ਰਕਾਰ ਜਿਹੜਾ ਅਲਪ ਚਮੂ ਸੀ, ਬਹੁਤ ਥੋੜੀ ਫੌਜ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ, ਪਰ ਉਹਨਾਂ ਨੇ ਸਾਡੇ ਹਜ਼ਾਰਾਂ ਸੈਨਿਕ, ਹਜ਼ਾਰਾਂ ਫੌਜੀ, ਹਜ਼ਾਰਾਂ ਸਿਪਾਹੀ ਮਾਰ ਦਿੱਤੇ ਬਹੁਤ ਭਾਰੀ ਜੰਗ ਕਰਕੇ। ਔਰ ਜਦੋਂ ਅਸੀਂ ਇੱਕ ਵਾਰ ਉਹਨਾਂ ਨੂੰ ਜਿੱਤ ਵੀ ਲਿਆ, ਲੁੱਟ ਖਸੁੱਟ ਵੀ ਅਨੰਦਪੁਰ ਸਾਹਿਬ ਦੀ ਕਰ ਲਈ, ਅਸੀਂ ਰਸਤੇ ਵਿੱਚ ਆਉਂਦੇ ਸੀ, ਪਰ ਆਉਂਦਿਆਂ ਦੇ ਉੱਤੇ ਸਾਡੇ ਉੱਤੇ ਹਮਲਾ ਕਰਕੇ ਬਹੁਤ ਸਾਰਾ ਧਨ ਪਦਾਰਥ ਫਿਰ ਉਹਨਾਂ ਨੇ ਲੁੱਟ ਲਿਆ। ਰਸਤੇ ਵਿੱਚ ਮਿਲ ਕੇ ਲਸ਼ਕਰ ਨੂੰ, ਫੌਜ ਨੂੰ ਉਹਨਾਂ ਨੇ ਮਿਲ ਕੇ ਮਾਰਿਆ।
ਜਦੋਂ ਨਰੰਗੇ ਕੋਲੇ ਇਹ ਸੁਨੇਹਾ ਗਿਆ, ਕਿਉਂਕਿ ਦਿੱਲੀ ਵਿੱਚ ਨਹੀਂ ਸੀ, ਜਿਸ ਵੇਲੇ ਇਹਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਨਾ ਦਿੱਲੀ ਦੇ ਵਿੱਚ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਇਹ ਰਾਤ ਨੂੰ ਆਉਂਦੇ, ਔਰੰਗਜ਼ੇਬ ਨੂੰ ਬਹੁਤ ਤੰਗ ਕਰਦੇ, ਇਹਦੀ ਛਾਤੀ ਉੱਤੇ ਜਾ ਚੜ੍ਹਦੇ ਵੀ ਤੈਂ ਬੜਾ ਭਾਰੀ ਪਾਪ ਕੀਤਾ ਗੁਰੂ ਸਾਹਿਬ ਜੀ ਦਾ, ਤੈਂ ਆਪਣੀ ਤਲਵਾਰ ਦੇ ਨਾਲ, ਆਪਣੇ ਹੁਕਮ ਦੇ ਨਾਲ ਕਤਲ ਕਰਵਾ ਦਿੱਤਾ, ਸਤਿਗੁਰੂ ਜੀ ਦੀ ਸ਼ਹਾਦਤ ਕਰਵਾ ਦਿੱਤੀ ਹੈ। ਗੁਰੂ ਕੇ ਖਾਲਸੇ ਰਾਤ ਨੂੰ ਇਹਦੀ ਛਾਤੀ ਤੇ ਜਾ ਚੜ੍ਹਦੇ, ਇਹ ਸੌਂਦਾ ਤਾਂ ਫੜ ਕੇ ਨਾ ਬਾਹੀਂ ਤੋਂ ਤੇ ਇਹਦਾ ਜਿਹੜਾ ਪਲੰਗਾ ਪਲਟਾ ਦਿਆ ਕਰਨ। ਇਹ ਜਦੋਂ ਉੱਠ ਕੇ ਝਾੜ ਝੁੜ ਕੇ ਦੁਬਾਰਾ ਫਿਰ ਵਿਛਾ ਕੇ ਪਵੇ, ਫਿਰ ਇਦਾਂ ਹੀ ਕਰਨ। ਬੜਾ ਤੰਗ ਕੀਤਾ ਗੁਰੂ ਕੇ ਸਿੱਖਾਂ ਨੇ ਇਹਨੂੰ। ਇਹ ਡਰਦਾ ਨਾ ਕਾਜ਼ੀਆਂ ਕੋਲੇ ਦੱਸੇ, ਨਾ ਮੁਲਾਣਿਆਂ ਕੋਲੇ ਦੱਸੇ। ਤੇ ਸਿੱਖ ਜਿਹੜੇ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ, ਭਾਈ ਮਤੀ ਦਾਸ ਜੀ ਵਰਗੇ, ਭਾਈ ਦਿਆਲਾ ਜੀ ਵਰਗੇ, ਸੋ ਇਹਨਾਂ ਸ਼ਹੀਦ ਸਿੰਘਾਂ ਨੇ ਫਿਰ ਇਹਨੂੰ ਆਖਿਆ ਵੀ ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰਕੇ, ਸਾਡੇ ਤੇ ਐਨੇ ਜ਼ੁਲਮ ਕਰਕੇ ਹਲੇ ਵੀ ਦਿੱਲੀ ਵਿੱਚ ਬੈਠਾ, ਦਿੱਲੀ ਛੱਡ ਜਾ, ਨਹੀਂ ਤੇਰਾ ਹਾਲ ਬਹੁਤ ਬੁਰਾ ਕਰਾਂਗੇ। ਸੋ ਉਦੋਂ ਦਾ ਜਿਹੜਾ ਇਹ ਨਰੰਗਾ ਸੀ ਨਾ, ਡਰਦਾ ਮਾਰਿਆ ਦੱਖਣ ਵੱਲ ਚਲਿਆ ਗਿਆ ਸੀ। ਇੱਕ ਬਹਾਨਾ ਲਾ ਕੇ ਕਿ ਦੱਖਣ ਵਿੱਚ ਬਗਾਵਤ ਹੋ ਗਈ, ਅਮਰਹੱਟਿਆਂ ਨੇ ਬਗਾਵਤ ਕਰ ਦਿੱਤੀ ਹੈ ਮਹਾਰਾਸ਼ਟਰ ਵਾਲੀ ਸਾਈਡ। ਸੋ ਇਹ ਜਿਹੜਾ ਦੱਖਣ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਚਲਿਆ ਗਿਆ ਸੀ। ਜਦੋਂ ਉੱਥੇ ਬੈਠੇ ਨੇ ਇਹ ਸਭ ਕੁਝ ਸੁਣਿਆ ਤਾਂ ਇਹ ਬੜਾ ਦੁਖੀ ਹੋਇਆ, ਬੜਾ ਪਛਤਾਉਂਦਾ ਹੈ ਕਿ ਬੜਾ ਜਿਹੜਾ ਮੇਰੀ ਪਾਤਸ਼ਾਹੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਤੇ ਉਹਦੇ ਸਿੱਖਾਂ ਨੇ ਮੇਰੇ ਰਾਜ ਭਾਗ ਦੇ ਵਿੱਚ ਬੜਾ ਰੌਲਾ ਮਚਾਇਆ, ਬੜੀ ਬਗਾਵਤ ਖੜੀ ਕੀਤੀ ਹੋਈ ਹੈ। ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਜਾਣਦਾ ਵੀ ਬੜੇ ਕਰਾਮਾਤੀ ਫਕੀਰ ਹੈ, ਉਹਨਾਂ ਦੀਆਂ ਕਰਾਮਾਤ ਦੀਆਂ ਗੱਲਾਂ ਸੁਣ ਸੁਣ ਕੇ ਜਲ ਬਲ ਜਾਂਦਾ ਮਨ ਦੇ ਵਿੱਚ। ਹਾਂ, ਜੇਕਰ ਕੋਈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਦਾ ਨਾ, ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਵਡਿਆਈ ਨਹੀਂ ਸੁਣ ਕੇ ਜਰਦਾ ਨਹੀਂ, ਸਹਾਰਦਾ ਨਹੀਂ ਔਰੰਗਜ਼ੇਬ। ਸਿਰ ਨੂੰ ਧੁੰਦਾ ਪਛਤਾਵੇ ਵਿੱਚ ਸਿਰ ਹਿਲਾਉਂਦਾ ਹਿਲਾਉਂਦਾ ਬੜਾ ਮਨ ਵਿੱਚ ਪਛਤਾਵਾ ਕਰਦਾ ਹੈ। ਇੰਨਾ ਦੁਖੀ ਹੁੰਦਾ ਹੈ, ਇੰਨਾ ਦੁਖੀ ਹੁੰਦਾ ਹੈ ਵੀ ਇਹਦਾ ਕੀ ਕਰੇ, ਇਹਦਾ ਕੋਈ ਵਸ ਨਹੀਂ ਚੱਲਦਾ। ਫਿਰ ਸੋਚਦਾ ਹੈ ਵੀ ਇਹਨਾਂ ਦੇ ਪਿਤਾ ਦੇ ਨਾਲ ਮੈਂ ਅੜਿਆ ਸੀ, ਉਹਨਾਂ ਦੇ ਨਾਲ ਮੈਂ ਵੈਰ ਕੀਤਾ ਸੀ, ਉਹਨਾਂ ਨੂੰ ਮੈਂ ਸ਼ਹੀਦ ਕਰਵਾਇਆ ਸੀ, ਤੇ ਉਹਨਾਂ ਦਾ ਕੋਈ ਸ਼ਰਾਪ ਮੈਨੂੰ ਇਦਾਂ ਦਾ ਲੱਗ ਗਿਆ ਕਿ ਮੈਨੂੰ ਦਿੱਲੀਪੁਰੀ ਤੋਂ ਉਹਨਾਂ ਦੇ ਸਿੱਖਾਂ ਨੇ ਰਾਤ ਨੂੰ ਤੰਗ ਕਰ ਕਰਕੇ ਨਾ ਤੰਗ ਮੈਨੂੰ ਦਿੱਲੀਪੁਰੀ ਤੋਂ ਬਾਹਰ ਕਰ ਦਿੱਤਾ, ਕੱਢ ਦਿੱਤਾ ਹੈ। ਤੇ ਹੁਣ ਇੱਧਰ ਉਸ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਫਰਜ਼ੰਦ, ਉਹਨਾਂ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ, ਇਹ ਵੀ ਸਾਰੇ ਤਰੀਕਿਆਂ ਦੇ ਨਾਲ ਆਪਣਾ ਜ਼ੋਰ ਜਣਾ ਰਹੇ ਹਨ। ਕਹਿੰਦਾ ਇਹਨਾਂ ਦਾ ਕੋਈ ਨਾ ਕੋਈ ਉਪਾਅ ਕਰਨਾ ਪਊ, ਇਹਨਾਂ ਨੂੰ ਫੜੇ ਬਿਨਾਂ ਕੋਈ ਗੱਲ ਨਹੀਂ ਬਣ ਸਕਦੀ। ਇਸ ਪ੍ਰਕਾਰ ਬਹੁਤ ਸਾਰੀਆਂ ਸੋਚ ਵਿਚਾਰਾਂ ਮਨ ਵਿੱਚ ਕਰਦਾ ਹੈ ਨਰੰਗਾ। ਹਾਂ, ਨੀਟ ਨੀਟ ਕਰਕੇ ਮਸਾਂ ਮਸਾਂ ਹੀ ਇਹਨੇ ਬੜਾ ਤੰਗ ਹੋ ਕੇ ਰਾਤ ਬਤੀਤ ਕੀਤੀ। ਸਵੇਰ ਦਾ ਵੇਲਾ ਹੋਇਆ, ਇਹਨੇ ਆਪਣਾ ਦਰਬਾਰ ਲਾਇਆ ਨਰੰਗੇ ਨੇ। ਸਿਆਣੇ ਸਿਆਣੇ ਮੰਤਰੀਆਂ ਵਜ਼ੀਰਾਂ ਨੂੰ ਬੁਲਾ ਲਿਆ, ਸਾਰੇ ਕਾਜੀ ਅਤੇ ਮੌਲਵੀ ਵੀ ਆਏ। ਜਿਹੜੇ ਸ਼ਰ੍ਹਾ ਦੇ ਵਿੱਚ ਬੜੇ ਹਠੀ, ਬੜੇ ਕੱਟੜ ਸਨ ਸ਼ਰ੍ਹਾ ਦੇ ਦੀਨ ਦੇ, ਉਹ ਵੀ ਆ ਗਏ ਸਾਰੇ। ਜਦੋਂ ਸਾਰੇ ਆ ਕੇ ਬੈਠ ਗਏ, ਉਸ ਵੇਲੇ ਹੁਕਮ ਕੀਤਾ, ਕਹਿਣ ਲੱਗਾ ਵੀ ਜਿਹੜੇ ਰਣ ਦੇ ਵਿੱਚੋਂ ਹਾਰ ਕੇ ਭੱਜ ਕੇ ਆਏ ਹਨ ਫੌਜੀ, ਕਹਿੰਦੇ ਉਹਨਾਂ ਨੂੰ ਬੁਲਾਓ, ਜਲਦੀ ਨਾਲ ਬੁਲਾਓ, ਤਾਂ ਕਿ ਉਹ ਸਾਰਾ ਕੁਝ ਦੱਸਣ ਵੀ ਉੱਥੇ ਕਿਵੇਂ ਹੋਈ ਵਰਤੀ। ਹਾਂ, ਐਸਾ ਵੀ ਦੱਸੋ ਆ ਕੇ ਵੀ ਗੁਰੂ ਹੈ ਜਿਹੜਾ ਗੁਰੂ ਗੋਬਿੰਦ ਸਿੰਘ, ਮੈਦਾਨੇ ਜੰਗ ਵਿੱਚ ਤੁਸੀਂ ਉਸ ਨੂੰ ਕਿਹੋ ਜਿਹਾ ਦੇਖਿਆ ਹੈ। ਜਦੋਂ ਆ ਕੇ
ਇਹ ਔਰੰਗਜ਼ੇਬ ਦੇ ਸਾਹਮਣੇ ਉਹ ਜਿਹੜੀ ਫੌਜ ਲੜਨ ਗਈ ਹੋਈ ਸੀ ਹਾਰ ਕੇ ਆਏ ਸਨ, ਇਹਦੇ ਸਾਹਮਣੇ ਆ ਕੇ ਖੜੇ ਹੋਏ। ਭੋਜਨ ਕੇ ਸ਼ਾਹ ਉਚਾਰੀ ਉਹਨਾਂ ਨੂੰ ਪੁੱਛਣ ਦੇ ਵਾਸਤੇ ਬਾਦਸ਼ਾਹ ਉਚਾਰਨ ਕਰਦਾ ਹੈ, ਹਿੰਦੂ ਗਲਦੀ ਕਹਾਂ ਮਚਾਈ। ਕਹਿੰਦਾ ਦੱਸੋ ਹਿੰਦੂਆਂ ਦੇ ਪੀਰ ਨੇ, ਹਿੰਦੂਆਂ ਦਾ ਪੀਰ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਨੂੰ, ਉਹਨਾਂ ਨੇ ਕਹਿੰਦੇ ਕੋਹਰਾਮ ਕਿੱਥੇ ਮਚਾਇਆ ਹੋਇਆ ਹੈ, ਸਮੂਹ ਕਿਤਕ ਨਿਜ ਸੰਗ ਮਿਲਾਈ। ਕਿੰਨੀ ਕੁ ਸੈਨਾ ਕਿੰਨੀ ਕੁ ਫੌਜ ਉਹਨਾਂ ਨੇ ਆਪਣੇ ਕੋਲ ਰੱਖੀ ਹੈ, ਐਸਾ ਤਿਜੋ ਬਹਾਦਰ ਪੀਰ। ਔਰ ਉਹ ਬਹਾਦਰ ਸੂਰਮਾ ਗੁਰੂ ਕਿਹੋ ਜਿਹਾ ਦਿਖਦਾ ਹੈ ਦੇਖਣ ਨੂੰ। ਐਸਲ ਬੰਦਾ ਮੁਰਸ਼ਿਦ ਪੀਰ। ਹਾਂ ਕਹਿੰਦੇ ਉਹ ਹੈ ਤਾਂ ਮੁਰਸ਼ਿਦ ਹੈ, ਪੀਰ ਹੈ, ਸੰਤ ਹੈ, ਤੇ ਉਹ ਇਹ ਰਾਜਕਾਜ ਦੇ ਫੈਸਲੇ ਕਿਵੇਂ ਕਰਨ ਲੱਗ ਗਿਆ। ਉਹ ਹੈ ਤਾਂ ਰੱਬ ਦਾ ਬੰਦਾ, ਉਹਨੂੰ ਤਾਂ ਨਾਮ ਜਪਣਾ ਚਾਹੀਦਾ ਸੀ, ਕਿਉਂਕਿ ਬਾਦਸ਼ਾਹ ਗੁਰਮੁਖ ਪਿਆਰਿਓ ਹਮੇਸ਼ਾ ਹੀ ਇਹ ਚਾਹੁੰਦੇ ਆ ਜਿਹੜੇ ਗੁਰੂ ਪੀਰ ਸੰਤ ਭਗਤ ਹੁੰਦੇ ਆ ਨਾ, ਉਹ ਫੜ ਕੇ ਮਾਲਾ ਫੇਰੀ ਜਾਣ, ਨਾਮ ਜਪੀ ਜਾਣ, ਉਪਦੇਸ਼ ਕਰੀ ਜਾਣ, ਪਰ ਹਕੂਮਤ ਦੀ ਕਿਸੇ ਵੀ ਵਧੀਕੇ ਦੇ ਵਿਰੁੱਧ ਆਵਾਜ਼ ਨਾ ਉਠਾਉਣ। ਤੇ ਹਮੇਸ਼ਾ ਤੋਂ ਹੁੰਦਾ ਆਇਆ, ਵਰਤਮਾਨ ਸਮੇਂ ਵਿੱਚ ਵੀ ਹੋਇਆ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ, ਤੇ ਗੁਰਮੁਖ ਪਿਆਰਿਓ ਦਿੱਲੀ ਹਕੂਮਤ ਨੂੰ ਫਿਰ ਬੜਾ ਚੁੱਭੇ, ਅੱਖਾਂ ਵਿੱਚ ਬੜਾ ਰੜਕੇ। ਤੇ ਇਸ ਕਰਕੇ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਰੂਪੀ ਕੰਡਾ ਕੱਢਣ ਵਾਸਤੇ ਨਾ ਆਪਰੇਸ਼ਨ ਬਲੂ ਸਟਾਰ ਕੀਤਾ, ਜਿਹੜਾ ਦੁਸ਼ਮਣ ਦਾ ਦਿੱਤਾ ਹੋਇਆ ਨਾਂ, ਜਿਹਨੂੰ ਸਿੱਖ 1984 ਦਾ ਘੱਲੂਘਾਰਾ ਕਹਿ ਕੇ ਯਾਦ ਕਰਦੇ ਆ। ਕਿਉਂਕਿ ਹਕੂਮਤਾਂ ਕਦੇ ਨਹੀਂ ਚਾਹੁੰਦੀਆਂ ਵੀ ਜਿਹੜੇ ਸੰਤ ਹੈ ਉਸ ਅੱਖਾਂ ਦਿਖਾਉਣ ਸਾਨੂੰ ਆ ਕੇ ਆਪਣੇ ਹੱਕਾਂ ਦੀ ਗੱਲ ਕਰਨ। ਉਹ ਤਾਂ ਇਹ ਚਾਹੁੰਦੇ ਆ ਵੀ ਇਹ ਝੁੱਗੀਆਂ ਝੋਪੜੀਆਂ ਜੰਗਲਾਂ ਪਹਾੜਾਂ ਮੱਠਾਂ ਦੇ ਵਿੱਚ ਬੈਠ ਕੇ ਨਾਮ ਜਪਣ। ਸੋ ਐਵੇਂ ਹੀ ਇਹ ਔਰੰਗਜ਼ੇਬ ਬਾਦਸ਼ਾਹ ਚਾਹੁੰਦਾ ਹੈ, ਕਹਿੰਦਾ ਵੀ ਹੈ ਤਾਂ ਉਹ ਗੁਰੂ ਪੀਰ ਹੈ, ਉਹਦਾ ਕੰਮ ਮਾਲਾ ਫੇਰਨੀ, ਨਾਮ ਜਪਣਾ, ਤੇ ਕਹਿੰਦੇ ਉਹ ਰਾਜਕਾਜ ਦੇ ਫੈਸਲੇ ਤੇ ਇਸ ਤਰ੍ਹਾਂ ਜੰਗ ਯੁੱਧ, ਉਹ ਕਹਿੰਦੇ ਇਹ ਫੈਸਲੇ ਕਿਵੇਂ ਕਰਨ ਲੱਗ ਪਏ। ਸੁਨਤ ਅਹਦੀਏ ਕਰਿਓ ਚਾਰੇ। ਅਹਿਦੀਆ ਜਿਹੜਾ ਸੀ ਉਹਨੇ ਸੁਣ ਕੇ ਉਚਾਰਨ ਕੀਤਾ। ਇਕ ਤੇ ਲਾਖ ਗੱਜ ਵਿਸਿਆਰੀ। ਕਹਿੰਦਾ ਬਾਦਸ਼ਾਹ ਪੁੱਛਦਾ ਵੀ ਗੁਰੂ ਕੈਸਾ ਹੈ, ਕਹਿੰਦਾ ਇੱਕ ਤੇ ਲੱਖ ਖਰਚ ਵੀ ਸਿਆਰ। ਕਹਿੰਦਾ ਗੁਰੂ ਐਸਾ ਹੈ ਵੀ ਇੱਕ ਇੱਕ ਨੂੰ ਲੱਖਾਂ ਨਾਲ ਲੜਾ ਦਿੰਦਾ, ਐਨੀ ਉਹਦੇ ਵਿੱਚ ਸ਼ਕਤੀ ਹੈ। ਔਰ ਇੱਕ ਤੇ ਲੱਖ ਖਰਚ ਵੀ ਸਿਆਰ, ਕਹਿੰਦੇ ਜਿੱਥੇ 1 ਰੁਪਈਆ ਖਰਚਣਾ ਹੁੰਦਾ ਨਾ, ਉੱਥੇ ਲੱਖ ਰੁਪਈਆ ਖਰਚਾ ਕਰਦਾ ਹੈ। ਸਬਦ ਜਾਨੋ ਐਨ ਹੁਸ਼ਿਆਰੀ। ਸਾਰੇ ਤਰੀਕਿਆਂ ਦੇ ਨਾਲ ਜਾਣ ਲਓ ਵੀ ਐਨ ਪੂਰਾ ਹੁਸ਼ਿਆਰ ਹੈ, ਗੁਰੂ ਬੜਾ ਸੁਚੇਤ ਹੈ। ਸੁੰਦਰ ਉਮਰ ਸੁਭਰ ਗੁਰਦਾਸ। ਫਿਰ ਪੁੱਛਦੇ ਆ ਵੀ ਗੁਰੂ ਦੇਖਣ ਨੂੰ ਕੈਸਾ, ਕਹਿੰਦੇ ਗੁਰੂ ਸਾਹਿਬ ਬੜੇ ਸੁੰਦਰ ਹੈ, ਬਹੁਤ ਸੁੰਦਰ ਉਹਨਾਂ ਦਾ ਸਰੂਪ ਹੈ। ਔਰ ਉਮਰ ਸੋ ਬਰਖੁਰਦਾਰ, ਉਮਰ ਵੀ ਉਹਨਾਂ ਦੀ ਭਰ ਜਵਾਨੀ ਵਾਲੀ ਹੈ। ਬੋਲਿਓ ਸੁਨਤ ਸ਼ਾਹ ਮਨ ਬਾਂਧਮ। ਜਦੋਂ ਸ਼ਾਹ ਨੇ ਔਰੰਗੇ ਨੇ ਇਹ ਗੱਲ ਸੁਣੀ ਤੇ ਉਸ ਵੇਲੇ ਟੇਢੇ ਮਨ ਵਾਲਾ ਇਹ ਪਾਪੀ ਨਰੰਗਾ ਬੋਲਿਆ, ਮੁਰਦਮ ਆਖਰੀ ਰਹਿ ਕਾ ਨਿਸ਼ਾਦਮ। ਕਹਿੰਦਾ ਆਖਰ ਨੂੰ ਤੁਸੀਂ ਮੁਰਦੇ ਹੋ ਸਾਰੇ, ਤੁਸੀਂ ਮਰੇ ਹੋਏ ਹੋ। ਕਹਿੰਦਾ ਤੁਸੀਂ ਗੁਰੂ ਦਾ ਕੁਝ ਵਿਗਾੜ ਨਹੀਂ ਸਕਦੇ, ਬਹਿ ਨਿਸ਼ਾਦਮ, ਤੁਸੀਂ ਤਾਂ ਬੜੇ ਬਦਕਿਸਮਤ ਹੋ। ਬੜ ਸਰਦਾਰ ਸੁਜਿੰਦਾ ਪੀਰ। ਕਹਿੰਦਾ ਗੁਰੂ ਦੀ ਮੇਰੇ ਸਾਹਮਣੇ ਉਸਤਤ ਕਰੀ ਜਾਂਦੇ ਹੋ, ਮੈਂ ਵੱਡਾ ਸਰਦਾਰ ਔਰ ਜਿਉਂਦਾ ਜਗਦਾ ਪੀਰ ਤੁਹਾਡੇ ਸਾਹਮਣੇ ਬੈਠਾ ਹਾਂ। ਆਨੰਦ ਖਲਕ ਬੰਦ ਬੇਪੀਰ। ਮੈਂ ਸਾਰੀ ਖਲਕ ਦਾ, ਸਾਰੀ ਪ੍ਰਜਾ ਦਾ ਖਾਵੰਦ ਮਾਲਕ ਹਾਂ। ਔਰ ਬੰਦਵੇ ਪੀਰ, ਮੈਨੂੰ ਤਾਂ ਵੱਡੇ ਵੱਡੇ ਪੀਰ ਵੀ ਆ ਕੇ ਬੰਦਨਾ ਕਰਦੇ, ਨਮਸਕਾਰਾਂ ਕਰਦੇ ਹਨ, ਝੁਕਦੇ ਨੇ। ਹਿੰਦੂ ਗਰੀਬ ਖੈਰ ਖਵਾਈ। ਕਹਿੰਦਾ ਤੁਸੀਂ ਹਿੰਦੂਆਂ ਦੇ ਗੁਰੂ ਦੀ, ਇੱਕ ਹਿੰਦੂ ਦੀ ਤਾਰੀਫ ਕਰੀ ਜਾਂਦੇ ਹੋ, ਖੈਰ ਖਵਾਏ। ਕਹਿੰਦੇ ਖੈਰ ਨਹੀਂ ਲੱਗਦੀ ਤੁਹਾਨੂੰ, ਆਪਣਾ ਤੁਹਾਨੂੰ ਡਰ ਨਹੀਂ ਲੱਗਦਾ ਖੈਰ ਖਵਾਏ? ਉਹਦੀ ਖੈਰ ਖਵਾ ਦੀ ਗੱਲ ਮੈਨੂੰ ਦੱਸਦੇ ਹੋ, ਉਸਤਤ ਕਰਦੇ ਹੋ। ਆਜ ਕਦਮ ਬਜੋ ਹਵਾਈ। ਕਹਿੰਦਾ ਹੁਣੇ ਹੀ ਮੈਂ ਆਪਣੇ ਮਜ਼ਹਬ ਦੇ ਵਿੱਚੋਂ, ਦੀਨੇ ਇਸਲਾਮ ਦੇ ਵਿੱਚੋਂ ਤੁਹਾਨੂੰ ਖਾਰਜ ਕਰਦਾ ਹਾਂ। ਕਿਮ ਕਹਿ ਕੇ ਸੁਰਗਤ ਦਿਸ ਛਾਤੀ। ਇਉਂ ਕਹਿੰਦਾ ਹੈ ਇਹ ਬਾਦਸ਼ਾਹ ਜੀ ਦੀ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਸੁਣ ਕੇ ਛਾਤੀ ਸੁਲਗਦੀ ਹੈ, ਛਾਤੀ ਜਲਦੀ ਆ ਸਤਿਗੁਰੂ ਦੀ ਮਹਿਮਾ ਸੁਣ ਕੇ ਰੰਗੇ ਦੀ। ਬੋਲਿਓ ਗੌਰ ਸਭਾ ਮੈਂ ਬਾਤੀ। ਫਿਰ ਆਪਣੀ ਸਭਾ ਵਿੱਚ, ਦਰਬਾਰ ਵਿੱਚ ਕਹਿਣ ਲੱਗਾ, ਕਰੀਏ ਕਾਂ ਬਰੋਬਰ ਨਹੀਂ। ਕਹਿੰਦਾ ਕਰੀਏ ਕੀ, ਗੁਰੂ ਦੇ ਨਾਲ ਮੇਰੀ ਬਰਾਬਰੀ ਕੋਈ ਨਹੀਂ। ਅਜਮ ਯੋਗ ਨਹੀਂ ਮੈਂ ਲਈ। ਨਾ ਹੀ ਸਾਡਾ ਇੱਕ ਮਜ਼ਹਬ ਹੈ, ਇੱਕ ਧਰਮ ਹੈ। ਸੁਣ ਸਭ ਸਿਆਣੇ ਬਾਗ ਬਖਾਨੇ। ਸਾਰੇ ਸਿਆਣੇ ਸਿਆਣੇ ਜਿਹੜੇ ਸੀ ਇਹਦੇ ਮੰਤਰੀ, ਉਹ ਸੁਣ ਕੇ ਕਹਿਣ ਲੱਗੇ, ਜੇਤੀ ਮਤ ਜੀਤਕ ਚਿਤ ਜਾਣੈ। ਜਿੰਨੀ ਜਿੰਨੀ ਜਿਹਦੀ ਮਤ ਸੀ, ਜਿੰਨਾ ਜਿੰਨਾ ਆਪਣੇ ਹਿਰਦੇ ਵਿੱਚ ਜੋ ਜਾਣਦਾ ਸੀ, ਉਹਨਾਂ ਨੇ ਆਖਿਆ। ਪੀਛੇ ਬਾਜੀ ਬਾਤ ਉਚਾਰਾ। ਸਾਰਿਆਂ ਦੇ ਕਹਿਣ ਤੋਂ ਬਾਅਦ ਫਿਰ ਇਹ ਜਿਹੜਾ ਕਾਜੀ ਸੀ ਉਹ ਕਹਿਣ ਲੱਗਾ, ਉਹ ਕਾਜੀ ਨੇ ਆਪਣਾ ਫਤਵਾ ਸੁਣਾਇਆ, ਆਪਣਾ ਫੈਸਲਾ ਦੱਸਿਆ। ਜੋ ਸਬਦ ਕਰਕੇ ਕਰ ਸੋ ਹੁਸ਼ਿਆਰਾ।
ਕਹਿੰਦਾ ਬਾਦਸ਼ਾਹ ਜੇ ਗੁਰੂ ਸਭ ਵਿਧੀਆਂ ਕਰਕੇ ਸਭ ਤਰੀਕਿਆਂ ਕਰਕੇ ਇੰਨਾ ਹੁਸ਼ਿਆਰ ਹੈ ਇੰਨਾ ਚੁਸਤ ਹੈ ਹਰੇ ਮੁਹੱਬਤ ਸਾਧ ਬੁਲਾਵਨ। ਕਹਿੰਦਾ ਫਿਰ ਉਹਦੇ ਨਾਲ ਜੰਗ ਨਹੀਂ ਕਰਨੀ ਬਣਦੀ ਆਪਾਂ ਨੂੰ। ਉਹਨਾਂ ਨਾਲ ਮੁਹੱਬਤ ਕਰੋ, ਉਹਨਾਂ ਨੂੰ ਪਿਆਰ ਦੇ ਛਲਾਵੇ ਦੇ ਵਿੱਚ ਲੈ ਕੇ ਆਪਣੇ ਕੋਲ ਬੁਲਾਓ। ਏਕੋ ਰੂਪ ਸੁਨੋ ਪਦ ਭਾਵਨ। ਹਾਂ ਫਿਰ ਕਹਿੰਦੇ ਜੋ ਉਹਨਾਂ ਦਾ ਰੂਪ ਰੰਗ ਆ ਉਹ ਵੀ ਤੁਸੀਂ ਦੇਖ ਲਓਗੇ ਔਰ ਸੁਣੋ ਬਚ ਭਾਵਨ। ਉਹ ਜਿਵੇਂ ਤੁਸੀਂ ਉਹਨਾਂ ਤੋਂ ਸੁਣਨਾ ਚਾਹੁੰਦੇ ਹੋ, ਉਹਨਾਂ ਦੇ ਬਚਨ ਸੁਣਨਾ ਚਾਹੁੰਦੇ ਹੋ, ਉਹ ਵੀ ਸੁਣ ਲਓਗੇ। ਪਰਮ ਦਿਓ ਜੀਤ ਕਸੋ ਹੋਈ। ਹਾਂ ਜਿਸ ਪ੍ਰਕਾਰ ਦਾ ਗੁਰੂ ਹੋਵੇਗਾ ਉਹਨਾਂ ਨੂੰ ਕੋਲ ਬੁਲਾਓ ਐਂ ਪ੍ਰੇਮ ਦੇ ਨਾਲ, ਤੇ ਜਿਵੇਂ ਦਾ ਗੁਰੂ ਹੋਵੇਗਾ ਉਹਨਾਂ ਨੂੰ ਪਰਖ ਲਿਓ ਫਿਰ ਬੁਲਾ ਕੇ। ਜੀ ਤਾਰੀਫ ਕਰਤਾ ਸਭ ਕੋਈ। ਜਿਸ ਗੁਰੂ ਦੀ ਹਰੇਕ ਬੰਦਾ ਹੀ ਤਾਰੀਫ ਕਰੀ ਜਾਂਦਾ ਹੈ। ਸੰਤ ਸਭਾ ਸਦ ਹਰਿ ਪਦ ਸਾਹੂ। ਸਾਰੀ ਸਭਾ ਨੇ ਜਦੋਂ ਇਹ ਸੁਣਿਆ ਤੇ ਬਾਦਸ਼ਾਹ ਨੇ ਵੀ ਸੁਣਿਆ। ਬੁਧ ਕਾਜੀ ਕੀ ਕਹਿ ਦਸਰਾਹੂ। ਸਾਰਿਆਂ ਨੇ ਕਾਜੀ ਦੀ ਬੁੱਧੀ ਦੀ ਸਰਾਹਨਾ ਕੀਤੀ ਵੀ ਇਹਦੀ ਅਕਲ ਠੀਕ ਹੈ, ਇਹ ਚੰਗਾ ਅਕਲਮੰਦ ਹੈ। ਅਸੀਂ ਕਈ ਬਨੈ ਇਸ ਰੀਤ। ਹਾਂ ਕਹਿੰਦੇ ਅੱਛੀ ਕਹੀ, ਇਹਨੇ ਚੰਗੀ ਗੱਲ ਕਹੀ ਆ, ਬਣਿਆ ਇਸ ਰੀਤ ਇਸੇ ਤਰੀਕੇ ਕਰਨਾ ਚਾਹੀਦਾ ਹੈ। ਹਰੇ ਬੁਲਾਵਨ ਜਿਮ ਹੋਏ ਮੀਤ। ਹਾਂ ਕਹਿੰਦੇ ਇਸੇ ਤਰ੍ਹਾਂ ਗੁਰੂ ਨੂੰ ਆਪਣੇ ਕੋਲ ਬੁਲਾਉਣਾ ਚਾਹੀਦਾ ਜਿਵੇਂ ਆਪਾਂ ਮਿੱਤਰ ਨੂੰ ਬੁਲਾਉਂਦੇ ਹਾਂ। ਮਤ ਭੂਪ ਕਾਜੀ ਇਹੋ ਕਾਜੀ। ਹਾਂ ਬਹੁਤ ਸ਼ੁਭ ਮੱਤ, ਬਹੁਤ ਚੰਗੀ ਮੱਤ ਇਹ ਕਾਜੀ ਨੇ ਦਿੱਤੀ ਹੈ। ਦੇਖੋ ਪਰਵਾਨੇ ਆਏ ਸਭ ਆਖੀ। ਜਦੋਂ ਸਾਰਿਆਂ ਦੀ ਇਹ ਗੱਲ ਸੁਣੀ ਬਾਦਸ਼ਾਹ ਕਹਿੰਦਾ ਹੁਣੇ ਹੀ ਚਿੱਠੀ ਲਿਖੋ, ਪਰਵਾਨਾ ਲਿਖੋ। ਪਤਸ਼ਾਹੀ ਕੀ ਕੀ ਹੋਏ। ਲਿਖਾਉਣ ਲੱਗਿਆ ਕਹਿੰਦਾ ਚਿੱਠੀ ਵਿੱਚ ਲਿਖੋ ਵੀ ਹੇ ਗੁਰੂ ਗੋਬਿੰਦ ਸਿੰਘ ਦੇਸ਼ ਦੇ ਵਿੱਚ ਇੱਕੋ ਰਾਜੇ ਦੀ ਬਾਦਸ਼ਾਹੀ ਹੋ ਸਕਦੀ ਹੈ। ਹੋਏ ਅੰਦਰ ਨੀਕੇ ਲਿਹੋ ਜੋਈ। ਇਹ ਗੱਲ ਨੂੰ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਜਾਣ ਲਓ। ਪਰਵਾਨਾ ਹਿਰਦੇ ਅਛ ਆਵੋ। ਜਦੋਂ ਵੀ ਸਾਡਾ ਪਰਵਾਨਾ ਸਾਡੀ ਚਿੱਠੀ ਦੇਖਦੇ ਪੜ੍ਹਦੇ ਸੁਣਦੇ ਹੋ ਉਸੇ ਵੇਲੇ ਚੱਲ ਕੇ ਆ ਜਾਓ। ਅੰਤਮ ਬਜਵੇ ਏਕ ਲਖ ਪਾਵੋ। ਹਾਂ ਸਾਡਾ ਤੇ ਤੁਹਾਡਾ ਤਾਂ ਮਜ਼ਹਬ ਵੀ ਇੱਕੋ ਜਿਹਾ ਹੈ। ਕਿਉਂ ਲਿਖਿਆ ਉਹਨੇ ਵੀ ਸਾਡਾ ਤੁਹਾਡਾ ਮਜ਼ਹਬ ਇੱਕੋ ਜਿਹਾ ਹੈ? ਕਿਉਂਕਿ ਕਹਿੰਦਾ ਮੈਂ ਵੀ ਬੁੱਤਾਂ ਦੀ ਪੂਜਾ ਨਹੀਂ ਕਰਨ ਵਾਲਾ ਤੇ ਤੁਸੀਂ ਵੀ ਬੁੱਤ ਪੂਜਕ ਨਹੀਂ ਹੋ, ਸੋ ਆਪਣਾ ਮਜ਼ਹਬ ਆਪਣਾ ਰਸਤਾ ਆਪਣਾ ਧਰਮ ਜਿਹੜਾ ਇੱਕੋ ਜਿਹਾ ਹੈ। ਨਾਹੀ ਤਾਂ ਮੈਂ ਪਹੁੰਚੂਗਾ ਤਹਾਂ। ਹੁਣ ਕੁਝੇ ਪ੍ਰੇਮ ਦੀਆਂ ਗੱਲਾਂ ਵੀ ਲਿਖਤੀਆਂ ਤੇ ਨਾਲ ਹੀ ਸਤਿਗੁਰੂ ਜੀ ਨੂੰ ਥ੍ਰੈਟ ਵੀ ਕਰਦਾ, ਧਮਕੀ ਵੀ ਦਿੰਦਾ। ਕਹਿੰਦਾ ਗੁਰੂ ਗੋਬਿੰਦ ਸਿੰਘ ਜੇ ਤੂੰ ਇੱਥੇ ਨਹੀਂ ਆਏਗਾ ਤਾਂ ਫਿਰ ਮੈਂ ਆਨੰਦਪੁਰ ਸਾਹਿਬ ਪਹੁੰਚ ਜਾਵਾਂਗਾ। ਹਰਿ ਬਹਾਦਰੀ ਬੈਠਿਓ ਜਹਾਂ। ਜਿੱਥੇ ਤੂੰ ਆਪਣੀ ਬਹਾਦਰੀ ਕਰਕੇ ਬੈਠਾ ਹੈ, ਆਪਣੇ ਆਪ ਨੂੰ ਬਹਾਦਰ ਕਹਾਉਂਦਾ ਹੋਇਆ ਬੈਠਾ ਹੈ। ਅਜਮਤ ਜਿਤਰ ਫਕੀਰੀ ਕੀਰ। ਆ ਜਿੰਨੀ ਤੇਰੀ ਫਕੀਰੀ ਹੈ, ਜਿੰਨੀ ਤੇਰੀ ਅਜ਼ਮਤ ਕਰਾਮਾਤ ਹੈ ਮੈਂ ਸਾਰੀ ਕੱਢ ਦੇਵਾਂਗਾ। ਬਿਜ ਜਹਾਨ ਤੀਜੈ ਫੀਰ। ਹਾਂ ਸਾਰੇ ਜਹਾਨ ਦੇ ਵਿੱਚ ਜਿਹੜੀ ਤੂੰ ਆਪਣੀ ਅਜ਼ਮਤ ਕਰਾਕਾਰ ਦੀ ਡੌਂਡੀ ਫਿਟਪਾਈ ਹੋਈ ਹੈ ਨਾ ਉਹ ਸਭ ਖਤਮ ਕਰ ਦਿਆਂਗਾ। ਪੀਰ ਫਕੀਰ ਬੜੇ ਰਤ ਹੈ। ਕਹਿੰਦਾ ਮੇਰੇ ਰਾਜ ਦੇ ਵਿੱਚ ਤੇਰੇ ਵਰਗੇ ਹੋਰ ਵੀ ਬੜੇ ਪੀਰ ਫਕੀਰ ਵੱਡੇ ਛੋਟੇ ਹਨ, ਪਤਸ਼ਾਹੀ ਕਰਨੈ ਜਿਨ ਕਹਿ ਰਹੈ। ਪਰ ਸਾਰੇ ਹੀ ਮੇਰੀ ਪਾਤਸ਼ਾਹੀ ਦੇ ਵਿੱਚ ਰਹਿੰਦੇ ਆ, ਮੇਰੀ ਪਾਤਸ਼ਾਹੀ ਘਰ ਦੇ ਵਿੱਚ ਭਾਵ ਮੇਰੇ ਅਧੀਨ ਹੋ ਕੇ ਰਹਿੰਦੇ ਹਨ। ਐਸੇ ਤੁਮ ਕੀ ਰਹਿਬੋ ਕਰੀਏ। ਇਹ ਗੁਰੂ ਗੋਬਿੰਦ ਸਿੰਘ ਉਸੇ ਪ੍ਰਕਾਰ ਜਿਵੇਂ ਬਾਕੀ ਦੇ ਸੰਤ ਭਗਤ ਰਹਿੰਦੇ ਆ ਨਾ, ਪੀਰ ਫਕੀਰ ਰਹਿੰਦੇ ਆ ਮੇਰੇ ਰਾਜ ਵਿੱਚ, ਮੇਰੇ ਅਧੀਨ ਹੋ ਕੇ ਮੈਨੂੰ ਨਮਸਕਾਰਾਂ ਕਰਦੇ ਆ, ਇਸੇ ਪ੍ਰਕਾਰ ਤੁਸੀਂ ਵੀ ਰਹੀ ਜਾਓ। ਮੈਂ ਕਰੋ ਤਿਨ ਹੋਰ ਮੈਂ ਧਰੀਐ। ਤੇ ਕਹਿੰਦੇ ਕਿਸੇ ਪ੍ਰਕਾਰ ਦਾ ਵਿਰੋਧ ਕਿਸੇ ਵੀ ਪ੍ਰਕਾਰ ਕਰਕੇ ਆਪਣੇ ਹਿਰਦੇ ਵਿੱਚ ਨਾ ਰੱਖੋ। ਬੜ ਹੰਕਾਰ ਹਕੀਕਤ ਆਓਈ। ਸੋ ਬੜੇ ਹੰਕਾਰ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਇਹਨੇ ਲਿਖਵਾਈਆਂ। ਜਿਨ ਪਾਤਸ਼ਾਹੀ ਕੋ ਹੋਏ ਤੋ ਜਿਵੇਂ ਪਾਤਸ਼ਾਹਾਂ ਦਾ ਤੌਰ ਤਰੀਕਾ ਹੁੰਦਾ ਹੈ। ਪਰਵਾਨੇ ਮੈਂ ਮੋੜ ਖਵਾਈ। ਇਹ ਪਰਵਾਨੇ ਵਿੱਚ ਚਿੱਠੀ ਦੇ ਵਿੱਚ ਬਹੁਤ ਕੁਝ ਲਿਖਾ ਦਿੱਤਾ। ਬਖਸ਼ਿਸ਼ਾਂ ਮੰਦਰ ਗਾਏ ਤੇ ਪਾਈ। ਨਾਲ ਲਿਖਦਾ ਹੈ ਵੀ ਜਿਹੜੀ ਇਹ ਪਾਤਸ਼ਾਹੀ ਹੈ ਨਾ ਜਿਹਨੂੰ ਤੁਸੀਂ ਖੋਹਣ ਦੀਆਂ ਗੱਲਾਂ ਕਰਦੇ ਹੋ ਐਵੇਂ ਨਹੀਂ ਮਿਲੀ ਮੈਨੂੰ, ਇਹ ਤਾਂ ਧੁਰ ਦਰਗਾਹ ਤੋਂ ਪਾਤਸ਼ਾਹੀ ਮੈਨੂੰ ਮਿਲੀ ਹੈ। ਪਤਸ਼ਾਹ ਕੀ ਕੀਏ ਬਖਸ਼ੀਸ਼। ਔਰ ਧੁਰ ਦਰਗਾਹ ਤੋਂ ਹੀ ਪਾਤਸ਼ਾਹੀ ਦੀ ਮੈਨੂੰ ਬਖਸ਼ਿਸ਼ ਹੋਈ ਹੈ। ਪਰਵਤਗਾਰ ਕਲਾ ਜਗਦੀਸ਼। ਪਰਵਤਗਾਰ ਜੋ ਸਾਰੇ ਸੰਸਾਰ ਨੂੰ ਪਾਲਣਾ ਕਰਨ ਵਾਲਾ ਜਗਤ ਦਾ ਈਸ਼ਰ ਹੈ, ਉਹਦੀ ਕਲਾ ਵਰਤੀ ਹੈ, ਸ਼ਕਤੀ ਵਰਤੀ ਹੈ। ਜੀ ਪਰਵਾਨਾ ਵਟਪਠੀ ਵਕੀਲ। ਇਹ ਪਰਵਾਨਾ ਇਹ ਚਿੱਠੀ ਦੇ ਕੇ ਇੱਕ ਆਪਣਾ ਵਕੀਲ ਦੂਤ ਭੇਜ ਦਿੱਤਾ ਆਨੰਦਪੁਰ ਸਾਹਿਬ ਵੱਲ। ਤਕੀਦ ਜਾਵੋ ਬਿਨ ਢੀਲ। ਉਹਨੂੰ ਨਾਲ ਤਕੀਦ ਕਰਤੀ, ਹੁਕਮ ਕਰ ਦਿੱਤਾ ਵੀ ਬਿਨਾਂ ਢਿੱਲ ਤੋਂ ਬਿਨਾਂ ਦੇਰੀ ਤੋਂ ਆਨੰਦਪੁਰ ਸਾਹਿਬ ਪਹੁੰਚ ਕੇ ਗੁਰੂ ਕੋਲ ਚਿੱਠੀ ਪਹੁੰਚਾ ਦੇ। ਜੀ ਕਲਮੀ ਧਰ ਕੇ ਟਕਿਆਈ।
ਇਹ ਬੜੀ ਜਲਦੀ ਦੇ ਨਾਲ ਬਾਦਸ਼ਾਹ ਦਾ ਹੁਕਮ ਮੰਨ ਕੇ ਦੂਤ ਚਿੱਠੀ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ। ਇੱਧਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜਦੋਂ ਦਰਬਾਰ ਲੱਗਿਆ, ਦਰਬਾਰ ਲਾਇਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਦੱਸਿਆ ਵੀ ਇਸ ਤਰ੍ਹਾਂ ਔਰੰਗਜ਼ੇਬ ਦਾ ਇੱਕ ਦੂਤ ਪਰਵਾਨਾ ਲੈ ਕੇ ਚਿੱਠੀ ਲੈ ਕੇ ਆਇਆ। ਤਾਂ ਸਤਿਗੁਰੂ ਜੀ ਨੇ ਸਭਾ ਦਰਬਾਰ ਵਿੱਚ ਬੁਲਾ ਲਿਆ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਰਾ ਹਾਲ ਆਪਣੇ ਕੰਨੀ ਸੁਣਿਆ, ਚਿੱਠੀ ਵਿੱਚ ਜੋ ਜੋ ਲਿਖਿਆ ਸੀ ਸਿੰਘਾਂ ਨੇ ਪੜ੍ਹ ਕੇ ਸੁਣਾਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਆਖਿਆ ਵੀ ਇਹ ਚਿੱਠੀ ਦਾ ਹੁਣੇ ਉੱਤਰ ਦੇਣਾ ਬਣਦਾ। ਉਸੇ ਪਲ ਹੀ ਸਤਿਗੁਰੂ ਜੀ ਨੇ ਉਹਦਾ ਉੱਤਰ ਲਿਖਵਾ ਦਿੱਤਾ। ਕਹਿੰਦੇ ਜਿਹੜਾ ਇਹ ਦੂਤ ਆਇਆ ਇਹਦੇ ਹੱਥੀਂ ਆਪਾਂ ਚਿੱਠੀ ਦਾ ਜਵਾਬ ਵਾਪਸ ਭੇਜ ਦਿੰਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੀ ਲਿਖਿਆ? ਕਹਿੰਦੇ ਜਿਸ ਖੁਦਾ ਤੋਂ ਤੈਨੂੰ ਇਹ ਪਾਤਸ਼ਾਹੀ ਦੀ ਬਖਸ਼ਿਸ਼ ਹੋਈ ਹੈ, ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਸੇ ਖੁਦਾ ਨੇ, ਉਸੇ ਅੱਲਾ ਨੇ, ਉਸੇ ਅਕਾਲ ਪੁਰਖ ਨੇ ਮੈਨੂੰ ਭੇਜਿਆ ਧਰਤੀ ਤੇ ਔਰ ਮੈਨੂੰ ਸੱਚਾ ਨਿਆਂ ਕਰਨ ਵਾਸਤੇ, ਸੱਚੇ ਫੈਸਲੇ ਕਰਨ ਵਾਸਤੇ ਭੇਜਿਆ ਹੈ। ਔਰ ਤੈਨੂੰ ਵੀ ਇਸ ਧਰਤੀ ਦੇ ਉੱਤੇ ਸੱਚਾ ਨਿਆਂ, ਸੱਚਾ ਰਾਜ ਕਰਨ ਲਈ ਭੇਜਿਆ ਸੀ, ਪਰ ਤੂੰ ਉਹ ਗੱਲ ਨੂੰ ਵਿਸਰ ਗਿਆ, ਭੁੱਲ ਗਿਆ। ਤੂੰ ਤਾਂ ਬਹੁਤਾ ਹੀ ਦੰਭ ਪਖੰਡ ਕਮਾਇਆ ਹੈ। ਇਸ ਕਰਕੇ ਸਾਡੀ ਤੇਰੇ ਨਾਲ ਕਿਵੇਂ ਬਣ ਆਵੇਗੀ? ਸਾਨੂੰ ਤਾਂ ਸਤਿਗੁਰ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੇ ਸੱਚਾ ਨਿਆਂ ਕਰਨ ਵਾਸਤੇ ਭੇਜਿਆ, ਪਰ ਤੂੰ ਦੰਭੀ ਹੈ, ਤੂੰ ਪਖੰਡੀ ਹੈ, ਤੂੰ ਜਿਹੜਾ ਧਰਮ ਦਾ ਨਿਆਂ ਨਹੀਂ ਕਰ ਰਿਹਾ, ਤੂੰ ਲੋਕਾਂ ਦੇ ਉੱਤੇ ਜ਼ੁਲਮ ਕਰ ਰਿਹਾ ਹੈ। ਸਤਿਗੁਰ ਕਹਿੰਦੇ ਮੈਨੂੰ ਤਾਂ ਅਕਾਲ ਪੁਰਖ ਨੇ ਭੇਜਿਆ ਹੀ ਇਸ ਕਾਰਜ ਵਾਸਤੇ ਹੈ। ਧਰਮ ਚਲਾਵਨ ਸੰਤ ਉਵਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਯਾਹੀ ਕਾਜ ਧਰਾ ਹਮ ਜਨਮੰ, ਸਮਝ ਲੈ ਹੋ ਸਾਧੂ ਸਭ ਮਨ ਮੰਗ। ਮੈਨੂੰ ਤਾਂ ਜ਼ੁਲਮ ਦਾ ਖਾਤਮਾ ਕਰਨ ਵਾਸਤੇ ਭੇਜਿਆ, ਪਰ ਤੂੰ ਜ਼ੁਲਮ ਕਰਨ ਵਾਲਾ, ਫਿਰ ਸਾਡੀ ਤੇ ਤੁਹਾਡੀ ਕਿਵੇਂ ਬਣ ਆਵੇਗੀ? ਜੋ ਤੂੰ ਹਿੰਦੂਆਂ ਦੇ ਨਾਲ ਬਹੁਤਾ ਝਗੜਾ ਉਠਾਇਆ ਹੋਇਆ ਹੈ, ਤੂੰ ਉਹਨਾਂ ਨੂੰ ਆਪਣੇ ਖੁਦਾ ਦੀ ਖਲਕਤ ਨਹੀਂ ਜਾਣਦਾ ਵੀ ਉਹ ਰੱਬ ਦੇ ਬੰਦੇ ਨੇ, ਉਹ ਖੁਦਾ ਦੇ ਬਣਾਏ ਨਹੀਂ ਹੋਏ। ਜਿਨ੍ਹਾਂ ਦੇ ਉੱਤੇ ਤੂੰ ਜ਼ੁਲਮ ਕਰ ਰਿਹਾ ਹੈ, ਜਿਨ੍ਹਾਂ ਦੇ ਜੰਜੂ ਜ਼ਬਰਦਸਤੀ ਲਾ ਰਿਹਾ, ਉਹਨਾਂ ਦਾ ਧਰਮ ਤਬਦੀਲ ਕਰ ਰਿਹਾ ਹੈ, ਉਹ ਹਿੰਦੁਸਤਾਨ ਦੇ ਲੋਕਾਂ ਉੱਤੇ ਤੂੰ ਜ਼ੁਲਮ ਕਰ ਰਿਹਾ। ਕਿ ਉਹ ਰੱਬ ਦੀ ਖਲਕਤ ਨਹੀਂ ਹਨ? ਕਿ ਰੱਬ ਦੀ ਪ੍ਰਜਾ ਨਹੀਂ ਹਨ? ਰੱਬ ਦੇ ਬਣਾਏ ਜੀਵ ਨਹੀਂ ਹਨ? ਹਾਂ, ਕਹਿੰਦੇ ਤੂੰ ਤਾਂ ਚਾਹ ਕੇ ਵੀ ਆਪਣੇ ਧਰਮ ਦੀ ਹਾਨੀ ਕਰਵਾ ਲਈ ਹੈ। ਤੂੰ ਤਾਂ ਆਪਣੇ ਧਰਮ ਦੀ ਬਦਨਾਮੀ ਕਰਾਉਣੀ ਚਾਹੁੰਦਾ ਹੈ, ਇਸਲਾਮ ਦੀ। ਕਿਉਂ? ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਚਿੱਠੀ ਵਿੱਚ ਸਭੇ ਖਰੀਆਂ ਖਰੀਆਂ ਲਿਖਾ ਕੇ ਨਾ ਗੱਲਾਂ, ਉਹ ਵਕੀਲ ਜਿਹੜਾ ਦੂਤ ਆਇਆ ਸੀ ਉਹਨੂੰ ਚਿੱਠੀ ਦੇ ਕੇ ਤੇ ਬੜੇ ਆਦਰ ਸਤਿਕਾਰ ਸਹਿਤ ਰੁਖਸਤ ਕੀਤਾ, ਵਿਦਾ ਕਰ ਦਿੱਤਾ। ਇਹ ਨਹੀਂ ਵੀ ਦੁਸ਼ਮਣ ਦਾ ਦੂਤ ਆਇਆ ਇਹਦਾ ਨਰਾਦਰ ਕਰੀਏ ਜਾਂ ਸਿੰਘ ਉਹਨੂੰ ਪੈ ਗਏ, ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜੋ ਦਰ ਘਰ ਦੀ ਮਰਿਆਦਾ, ਜਿਹੜਾ ਸ਼ਰਨ ਦੇ ਵਿੱਚ ਆ ਜਾਏ, ਚੱਲ ਕੇ ਆਇਆ, ਉਹਦਾ ਆਦਰ ਮਾਣ ਸਤਿਕਾਰ। ਇਸ ਦੂਤ ਨੂੰ ਇਹ ਚਿੱਠੀ ਲੈ ਕੇ ਆਉਣ ਵਾਲੇ ਨੂੰ ਵਾਪਸ ਚਿੱਠੀ ਲੈ ਕੇ ਭੇਜਿਆ, ਇਹਨੂੰ ਖਿਲਤ ਦਰਬ ਸਰੋਪਾ ਉਹ ਦਿੱਤਾ, ਬਹੁਤ ਸਾਰਾ ਧਨ ਦਿੱਤਾ ਔਰ ਧਨ ਦੇ ਕੇ ਵਿਦਾ ਕੀਤਾ। ਬੜੇ ਆਦਰ ਸਤਿਕਾਰ ਸਹਿਤ ਇੱਥੋਂ ਵਿਦਾ ਹੋ ਕੇ ਇਹ ਔਰੰਗਜ਼ੇਬ ਕੋਲੇ ਗਿਆ ਤੇ ਜਾ ਕੇ ਸਾਰੀ ਗੱਲਬਾਤ ਸੁਣਾਈ। ਕਹਿੰਦਾ ਬਾਦਸ਼ਾਹ, ਕਹਿੰਦਾ ਇਹ ਗੱਲ ਜਾਣ ਲਾ ਵੀ ਤੂੰ ਤਾਂ ਕਹਿੰਦਾ ਸੀ ਗੁਰੂ ਮੇਰੇ ਕੋਲ ਆ ਜਾਏਗਾ, ਚਿੱਠੀ ਪੜ੍ਹਨ ਸਾਰ ਆ ਜਾਏ, ਪਰ ਕਹਿੰਦਾ ਇਹ ਜਾਣ ਲਾ ਗੁਰੂ ਨਹੀਂ ਤੇਰੇ ਕੋਲੇ ਆਵੇਗਾ, ਸਗੋਂ ਉਹ ਤਾਂ ਅਧਿਕ ਰਸਾਇਓ, ਉਹ ਤਾਂ ਅੱਗੋਂ ਬਹੁਤ ਗੁੱਸੇ ਹੋ ਗਏ ਹਨ। ਸੋ ਇਸ ਪ੍ਰਕਾਰ ਇਹ ਜਿਹੜਾ ਨਰੰਗੇ ਦਾ ਜਿਹੜਾ ਪ੍ਰਸੰਗ ਹੈ, ਸੋ ਔਰੰਗਜ਼ੇਬ ਦਾ ਜਿਹੜਾ ਹਾਲ ਹੈ ਦਰਬਾਰ ਦਾ, ਉਹ ਦੱਸਿਆ ਹੈ। ਹੁਣ ਭਾਈ ਸਾਹਿਬ ਜੀ ਕਹਿੰਦੇ ਸੁਣੋ, ਜਿਵੇਂ ਗ੍ਰੇਸ਼ਨ ਸੀਗੇ, ਪਹਾੜੀ ਰਾਜੇ ਸਨ, ਸੋ ਉਹਨਾਂ ਦੇ ਵਿੱਚ ਜਿਹੜਾ ਬਖੇੜਾ ਪਿਆ ਹੋਇਆ ਹੈ। ਹਾਂ, ਸਿੰਘ ਹਮੇਸ਼ਾ ਹੀ ਲੁੱਟ ਕੁੱਟ ਕੇ ਇਹਨਾਂ ਦੇ ਨਾਲ ਲੜਾਈ ਝਗੜਾ ਕਰਦੇ ਹਨ। ਗੁਰੂ ਕੇ ਸਿੰਘ ਵਿਚਰਦੇ ਆ, ਜਥਿਆਂ ਦੇ ਜਥੇ ਇਹਨਾਂ ਦੇ ਨਾਲ ਲੜਦੇ ਝਗੜਦੇ ਹਨ। ਸੋ ਇੱਧਰ ਜਿਹੜਾ ਇਹ ਰਣ ਤੱਤਾ ਮਚਿਆ, ਆਨੰਦਪੁਰ ਸਾਹਿਬ ਵਿੱਚ ਲੜਾਈ ਹੋਈ, 1.25 ਲੱਖ ਫੌਜ ਆ ਕੇ। ਜਦੋਂ ਗੁਰੂ ਕੀਆਂ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਤਾ ਲੱਗਿਆ ਤੇ ਇਹ ਸਭ ਕੁਝ ਨੂੰ ਸੁਣ ਕੇ ਦੇਸ਼ਾਂ ਵਿਦੇਸ਼ਾਂ ਤੋਂ ਵਿਸ਼ੇਸ਼ ਕਰਕੇ ਗੁਰੂ ਕੀਆਂ ਸੰਗਤਾਂ ਆਈਆਂ
ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਆਨੰਦਪੁਰ ਸਾਹਿਬ ਵੀ ਜਾ ਕੇ ਪਤਾ ਤਾਂ ਕਰੀਏ ਵੀ ਕਿਵੇਂ ਕੀ ਕੁਝ ਹੋਇਆ, ਕੋਈ ਨੁਕਸਾਨ ਤਾਂ ਨਹੀਂ ਬਹੁਤਾ ਹੋ ਗਿਆ, ਔਰ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਪਤਾ ਲੈਣ ਵਾਸਤੇ ਹਮਦਰਦੀ ਕਰਕੇ ਗੁਰੂ ਕੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆਨੰਦਪੁਰ ਸਾਹਿਬ ਸਤਿਗੁਰੂ ਜੀ ਕੋਲ ਪਹੁੰਚੀਆਂ। ਨਿੱਤਾ ਪ੍ਰਤੀ ਦਿਨ ਰਾਤ ਬਹੁਤ ਸਾਰੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆਈਆਂ। ਹਾਂ, ਇੱਧਰ ਗੁਰੂ ਕੇ ਸਿੱਖ ਬਹੁਤ ਸਾਰੇ ਆਉਂਦੇ ਆ, ਜਿਹੜੇ ਆਉਂਦੇ ਆ ਕੇ ਅੰਮ੍ਰਿਤ ਛਕ ਕੇ ਸਿੰਘ ਸਜੀ ਜਾਂਦੇ ਆ, ਪੰਥ ਵਿੱਚ ਹੋਰ ਵਾਧਾ ਹੋਈ ਜਾਂਦਾ, ਸ਼ਸਤਰਾਂ ਨੂੰ ਧਾਰਨ ਕਰਦੇ ਆ, ਸ਼ਸਤਰਾਂ ਨੂੰ ਧਾਰਨ ਕਰਕੇ ਵਿਚਰਦੇ ਆ। ਸੋ ਇਸ ਪ੍ਰਕਾਰ ਸ਼ਸਤਰਧਾਰੀ ਹੋ ਕੇ ਵਿਚਰਨ ਗਿਰ ਲਏ ਤੇ ਬਹੁਤ ਸਾਰੇ ਪਹਾੜੀ ਇਲਾਕੇ ਗੁਰੂ ਕੇ ਸਿੱਖਾਂ ਨੇ, ਬਹੁਤ ਸਾਰੇ ਨਗਰ ਜਿਹੜੇ ਪਹਾੜੀ ਰਾਜਿਆਂ ਦੇ ਉਹ ਆਪਣੇ ਅਧੀਨ ਕਰ ਲਏ। ਸੋ ਇੱਥੇ ਇਸ ਪ੍ਰਸੰਗ ਦੀ ਸਮਾਪਤੀ ਹੈ। ਅਗਲਾ ਪ੍ਰਸੰਗ ਸ਼ੁਰੂ ਹੋਇਆ ਹੈ। ਪਹਾੜੀ ਰਾਜਿਆਂ ਨੇ ਨਰੰਗੇ ਦੇ ਅੱਗੇ ਜਾ ਕੇ ਫਰਿਆਦ ਕਰਨੀ। ਸੋ ਅੱਗੇ ਜਿਵੇਂ ਫਰਿਆਦ ਕਰਨਗੇ, ਸੋ 2-4 ਤੁਕਾਂ ਦੀ ਹੋਰ ਕਥਾ ਕਰਕੇ ਇਹ ਬਾਕੀ ਆਪਾਂ ਕੱਲ ਨੂੰ ਪ੍ਰਸੰਗ ਸਰਵਣ ਕਰ ਲਵਾਂਗੇ। ਅੱਗੇ ਦੱਸਦੇ ਹਨ, ਜਦੋਂ ਇਹਨਾਂ ਰਾਜਿਆਂ ਨੇ ਦੇਖਿਆ ਵੀ ਬੜਾ ਕਸੂਤਾ ਕੰਮ ਹੋ ਗਿਆ, ਬੜਾ ਔਖਾ ਕਾਰਜ ਹੋ ਗਿਆ, ਹੁਣ ਤਾਂ ਇਹ ਸੋਚਦੇ ਆ ਵੀ ਗੁਰੂ ਸਾਹਿਬ ਤਾਂ ਸਾਡੇ ਉੱਤੇ ਬੜਾ ਜ਼ਬਰਦਸਤੀ ਕਰ ਰਹੇ ਹਨ, ਔਰ ਖਾਲਸੇ ਨੂੰ ਜਿਹਨੂੰ ਅਸੀਂ ਮਿਟਾਉਣਾ ਚਾਹੁੰਦੇ ਆ ਉਹ ਤਾਂ ਮਿਟਦਾ ਨਹੀਂ, ਖਤਮ ਨਹੀਂ ਹੁੰਦਾ, ਸਗੋਂ ਵੱਧਦਾ ਜਾਂਦਾ ਹੈ। ਪ੍ਰਤੱਖ ਰੂਪ ਦੇ ਵਿੱਚ ਨਿਤਾ ਪ੍ਰਤੀ ਪ੍ਰਗਟ ਹੀ ਉਹਦੇ ਵਿੱਚ ਵਾਧਾ ਹੋ ਰਿਹਾ ਹੈ। ਭੀਮ ਚੰਦ ਰਾਜਾ ਸੀ ਜਿਹੜਾ ਪਹਾੜੀ, ਇਹ ਹਿਰਦੇ ਵਿੱਚ ਬਹੁਤ ਦੁਖੀ ਹੋ ਕੇ, ਸੋ ਇਹਦੇ ਬਹੁਤ ਸਾਰੇ ਕਹਿੰਦਾ ਮੇਰੇ ਤਾਂ ਪਿੰਡ ਸਿੰਘਾਂ ਨੇ ਉਜਾੜ ਦਿੱਤੇ ਐ। ਬਹੁ ਬਲ ਹੇਰਾ ਦੇਖਿਆ ਵੀ ਸਿੱਖਾਂ ਦਾ ਜਿਹੜਾ ਬਲ ਸ਼ਕਤੀ ਬਹੁਤ ਵੱਧ ਗਈ ਹੈ। ਗੁਰੂ ਜਿਹੜਾ ਉਹ ਐਸਾ ਸੂਰਮਾ, ਉਹ ਤਾਂ ਸਦਾ ਹੀ ਜੰਗ ਚਾਹੁੰਦਾ, ਰਣ ਉਹਨੂੰ ਪਿਆਰਾ ਹੈ, ਸਦਾ ਹੀ ਹਿਰਦੇ ਵਿੱਚ ਜੰਗ ਚਾਹੁੰਦਾ ਹੈ। ਗੁਰੂ ਵੀ ਜੰਗ ਹੁੰਦੀ ਹੀ ਰਹੇ। ਇਹ ਬੜਾ ਬੇਵੱਸ ਜਿਹਾ ਹੋ ਗਿਆ, ਪਰ ਇਹਦਾ ਯਤਨ ਕੋਈ ਨਾ ਚੱਲਿਆ, ਕੋਈ ਇਹਨੂੰ ਸੁਝਿਆ ਨਾ ਵੀ ਕੀ ਕੀਤਾ ਜਾਵੇ। ਫਿਰ ਇਹਨੇ ਕਈ ਬਾਕੀ ਰਾਜਿਆਂ ਦੇ ਨਾਲ ਮਿਲਿਆ, ਮਤਾ ਕੀਤਾ, ਸਲਾਹ ਰਾਏ ਕੀਤੀ ਵੀ ਜਾ ਕੇ ਪੁਕਾਰ ਕਰੀਏ ਬਾਦਸ਼ਾਹ ਕੋਲ। ਸਾਰੇ ਰਾਜਿਆਂ ਨੇ ਇਹਦੀ ਸਲਾਹ ਵੀ ਚੰਗੀ ਮੰਨੀ ਵੀ ਹੁਣ ਆਪਣਾ ਜੇ ਨਹੀਂ ਵਸ ਚੱਲਦਾ ਤਾਂ ਹੁਣ ਸਿੱਧਾ ਆਪਾਂ ਨੂੰ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣਾ ਚਾਹੀਦਾ ਹੈ। ਸੋ ਉਹਨਾਂ ਦੀ ਇਹ ਜਿਹੜੀ ਭੀਮ ਚੰਦ ਦੀ ਸਲਾਹ ਨੂੰ ਬਾਕੀ ਸਾਰੇ ਪਹਾੜੀ ਰਾਜਿਆਂ ਨੇ ਚੰਗਾ ਮੰਨ ਲਿਆ। ਸੋ ਇਸ ਪ੍ਰਕਾਰ ਬਹੁਤ ਸਾਰਾ ਧਨ ਲੈ ਕੇ ਰਿਸ਼ਵਤ ਦੇਣ ਵਾਸਤੇ ਨਾ ਇਹ ਜਿਹੜਾ ਰਾਜਾ ਸੀ ਪਹਾੜੀ ਰਾਜਾ, ਸੋ ਇਹਨੇ ਸਾਰੀ ਜਿਹੜੀ ਤਿਆਰੀ ਕਰ ਲਈ ਜਾਣ ਵਾਸਤੇ। ਆਪਣੇ ਨਾਲ ਕੁਝ ਚੋਣਵੇਂ ਹੋਰ ਜਿਹੜੇ ਪਹਾੜੀ ਰਾਜੇ ਆ ਉਹਨਾਂ ਨੂੰ ਨਾਲ ਲੈ ਕੇ ਭੀਮ ਚੰਦ ਜਿਵੇਂ ਦਿੱਲੀ ਵਿਖੇ ਜਾਏਗਾ, ਦਿੱਲੀ ਦੇ ਸੂਬੇ ਨੂੰ ਜਾ ਕੇ ਮਿਲੇਗਾ, ਉਹ ਇਹਨੂੰ ਸਲਾਹ ਦੇਵੇਗਾ ਪਹਿਲਾਂ ਵੀ ਤੁਹਾਡੀ ਬਹੁਤ ਮਦਦ ਕੀਤੀ ਹੈ, ਪਰ ਤੁਹਾਡਾ ਝਗੜਾ ਜਿਹੜਾ ਇਹ ਠੀਕ ਨਹੀਂ ਆਇਆ, ਹੁਣ ਤੁਸੀਂ ਸਿੱਧੇ ਬਾਦਸ਼ਾਹ ਨੂੰ ਮਿਲੋ, ਮੈਂ ਵੀ ਆਪਣੇ ਵੱਲੋਂ ਤੁਹਾਡੀ ਸਿਫਾਰਿਸ਼ ਲਿਖ ਦਿੰਦਾ। ਤੇ ਬਾਦਸ਼ਾਹ ਜੇ ਕਹਿ ਦੇਵੇ ਤਾਂ ਫਿਰ ਬਾਦਸ਼ਾਹ ਦੇ ਕਹਿਣ ਨਾਲ ਜਿੰਨੀ ਮਰਜ਼ੀ ਗਿਣਤੀ ਵਿੱਚ ਫੌਜ ਚੜ੍ਹਾ ਕੇ ਗੁਰੂ ਤੇ ਤੁਸੀਂ ਲੈ ਜਾਇਓ। ਸੋ ਇਸ ਪ੍ਰਕਾਰ ਤੁਹਾਡੀ ਇਹ ਮੁਸ਼ਕਲ ਦਾ ਹੱਲ ਹੋਵੇਗਾ। ਜਿਵੇਂ ਇਹ ਜਾਣਗੇ ਪਹਿਲਾਂ ਸੂਬੇ ਕੋਲ, ਦਿੱਲੀ ਕੋਲ ਦਿੱਲੀ ਮਿਲਣਗੇ ਸੂਬੇ ਨੂੰ ਜਾ ਕੇ, ਫਿਰ ਦੱਖਣ ਦੇ ਵਿੱਚ ਜਾ ਕੇ ਗੋਲਕੁੰਡਾ ਦੇ ਅਸਥਾਨ ਦੇ ਉੱਤੇ ਇਹ ਔਰੰਗਜ਼ੇਬ ਦੇ ਨਾਲ ਇਹਨਾਂ ਦੀ ਭੇਟ ਹੋਵੇਗੀ। ਉੱਤੇ ਬਹੁਤ ਸਾਰਾ ਧਨ ਨੂੰ ਅਰਪਣ ਕਰਕੇ, ਬਹੁਤ ਸਾਰੇ ਰਿਸ਼ਵਤ ਦੇ ਕੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਸੱਚੀਆਂ ਝੂਠੀਆਂ ਗੱਲਾਂ ਬਣਾ ਕੇ ਬਾਦਸ਼ਾਹ ਦੇ ਕੰਨ ਭਰਨਗੇ। ਇਹ ਆਪਾਂ ਕੱਲ ਦੇ ਦੀਵਾਨ ਦੇ ਵਿੱਚ ਸਰਵਣ ਕਰਾਂਗੇ ਜੀ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਇੱਥੇ ਵਿਸ਼ਰਾਮ ਦਿੰਦੇ ਹਾਂ। ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਉਪਰੰਤ ਗੁਰਫਤਿਹ ਦੀ ਸਾਂਝ ਕਰਕੇ ਅਰਦਾਸ ਵਿੱਚ ਹਾਜ਼ਰੀ ਲਵਾਈਏ। ਸਭ ਰਾਜਨ ਨੀਕੀ ਮਨ ਮਾਨੀ, ਲੈ ਕਰ ਧਨ ਗਨ ਤਿਆਰੀ ਠਾਨੀ।